खेत विच होवां, कही कलम हो जाती, जिमी कागज़। पसीने चों स्याही दी खुशबू आउंदी, कल्पना दमेल तक फैलदी, मिट्टी चों उठदी सुगंध शब्दां नूं जीवंत तत्त दिंदी। सिर तो लंघदी पंखड़ुआं दी डार पंक्तियां इकसार करदी। धुप दा प्रकाश हुंदा, अंबर चंदोआ हो गीत दे सिर ते तणदा। मैं इउं हुंदा ज्यों रिशी वर कोई अपनी सिरजना च विलीन हुंदा। परतदा घर तां खेत चों खग्गिया गीत पीढ़े ते बिठाउंदा। गीत हवा विच उड़दा, हद्दां सरहद्दां टपदा, जिस दियां जड़ां मेरे खेतां विच पत पतालां विच ਝੂਮਦੇ। ਪਿਆਰੇ ਦਰਸ਼ਕੋ, ਰਾਬਤਾ ਦੇ ਸਿਲਸਿਲੇ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਤੁਹਾਡਾ ਅਜ਼ੀਜ਼ ਡਾਕਟਰ ਪਰਮਿੰਦਰ ਤੱਗੜ ਤੁਹਾਡੇ ਲਈ ਜਿਸ ਸ਼ਖਸੀਅਤ ਨੂੰ ਮਿਲਾਉਣ ਲਈ ਲੈ ਕੇ ਆਇਆ ਹੈ, ਉਹ ਮੇਰੇ ਨਾਲ ਬੈਠੇ ਨੇ। ਇਹਨਾਂ ਨੂੰ ਜਦੋਂ ਅਸੀਂ ਕਿਹਾ ਕਿ ਤੁਹਾਡੇ ਬਾਰੇ ਜਾਣਨਾ, ਤੁਹਾਡੀ ਜ਼ਿੰਦਗੀ ਬਾਰੇ ਜਾਣਨਾ, ਤੁਹਾਡੀ ਜ਼ਿੰਦਗੀ ਦੇ ਸੰਘਰਸ਼ ਬਾਰੇ ਜਾਣਨਾ, ਤੁਹਾਡੀ ਕਵਿਤਾ ਬਾਰੇ ਜਾਣਨਾ, ਤੁਹਾਡੀ ਸਮੁੱਚੀ ਸ਼ਖਸੀਅਤ ਬਾਰੇ ਜਾਣਨਾ, ਤਾਂ ਇਹਨਾਂ ਦਾ ਕਹਿਣਾ ਸੀ, ਨਾ ਹਮ ਸ਼ਖਸ ਨਾ ਸ਼ਖਸੀਅਤ, ਬਸ ਦੋ ਲਫ਼ਜ਼ੋਂ ਕੀ ਵਾਕਫੀਅਤ। ਲੇਕਿਨ ਦਰਸ਼ਕੋ, ਤੁਹਾਨੂੰ ਮੈਂ ਦੱਸ ਦਿਆਂ ਕਿ ਇਹ ਸ਼ਖਸ ਦੋ ਲਫ਼ਜ਼ਾਂ ਦਾ ਮੁਹਤਾਜ ਨਹੀਂ ਹੈ, ਬਲਕਿ ਇਹਦੀ ਜ਼ਿੰਦਗੀ ਦੇ ਵਿੱਚ ਇੱਕ ਲੰਬਾ ਸੰਘਰਸ਼ ਹੈ, ਮਾਨਸਿਕ ਵੀ ਸਰੀਰਕ ਵੀ। ਪਰ ਇਹ ਸਾਰੇ ਸੰਘਰਸ਼ ਨੂੰ ਪਾਰ ਕਰਦਾ ਹੋਇਆ ਇਹ ਸ਼ਖਸ ਇੱਕ ਕੰਪਲੀਟ, ਇੱਕ ਸੰਪੂਰਨ ਸ਼ਖਸੀਅਤ ਵਜੋਂ ਵਿਚਰ ਰਿਹਾ। ਪਹਿਲਾਂ ਪੰਜਾਬੀ ਦਾ ਪ੍ਰਾਧਿਆਪਕ ਰਿਹਾ, ਉਸ ਤੋਂ ਬਾਅਦ ਅੰਗਰੇਜ਼ੀ ਦੇ ਪ੍ਰਾਧਿਆਪਕ ਵਜੋਂ ਇਹਨਾਂ ਨੇ ਰਿਟਾਇਰਮੈਂਟ ਹਾਸਲ ਕੀਤੀ ਹੈ, ਔਰ ਅੱਜ ਕੱਲ੍ਹ ਕਵਿਤਾ ਨੂੰ ਸਮੁੱਚਾ ਜੀਵਨ ਜਿਹੜਾ ਹੈ ਉਹ ਪ੍ਰਣਾਇਆ ਹੋਇਆ ਹੈ। ਮੇਰੀ ਮੁਰਾਦ ਬਲਵਿੰਦਰ ਸੰਧੂ, ਜੋ ਕਿ ਅੱਜ ਕੱਲ੍ਹ ਪਟਿਆਲਾ ਵਸਦੇ ਨੇ। ਬਲਵਿੰਦਰ ਸੰਧੂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ। ਡਾਕਟਰ ਸਾਹਿਬ, ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਪੰਜਾਬੀ ਕਵਿਤਾ ਪ੍ਰੇਮੀਆਂ ਦੇ ਨਾਲ ਸਾਡਾ ਤਵਰਕ ਕਰਾਉਣ ਜਾ ਰਹੇ ਹੋ। ਬਹੁਤ-ਬਹੁਤ ਸ਼ੁਕਰੀਆ, ਮਿਹਰਬਾਨੀ। ਸੰਧੂ ਸਾਹਿਬ, ਸਭ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹੂੰਗਾ ਕਿ ਬਲਵਿੰਦਰ ਸੰਧੂ ਕਿੱਥੇ ਪੈਦਾ ਹੋਇਆ, ਕਿਹੋ ਜਿਹੇ ਮਾਹੌਲ ਦੇ ਵਿੱਚ ਪਲਿਆ ਤੇ ਕਿਸ ਤਰ੍ਹਾਂ ਉਹਦੀ ਜ਼ਿੰਦਗੀ ਅੱਗੇ ਚੱਲੀ। ਡਾਕਟਰ ਸਾਹਿਬ, ਸਾਡਾ ਪਿਛੋਕੜ ਡਿਸਟ੍ਰਿਕਟ ਲਾਹੌਰ ਨਾਲ ਸੰਬੰਧਿਤ ਹੈ। ਆਫਟਰ ਪਾਰਟੀਸ਼ਨ ਮੇਰੇ ਜਿਹੜੇ ਪਿਤਾ ਪੁਰਖ ਹੈਗੇ ਸੀ, ਉਹ ਜ਼ਿਲ੍ਹਾ ਫਿਰੋਜ਼ਪੁਰ, ਤਹਿਸੀਲ ਜ਼ੀਰਾ ਤੇ ਮਖੂ ਦੇ ਨਜ਼ਦੀਕ, ਮਖੂ ਕਸਬੇ ਦੇ ਨਜ਼ਦੀਕ ਛੋਟੇ ਜਿਹੇ ਪਿੰਡ ਵਰਿਆਂ ਦੇ ਵਿੱਚ ਉਹਨਾਂ ਨੂੰ ਜ਼ਮੀਨ ਅਲਾਟ ਹੋਈ ਜੀ। ਇੱਥੇ ਉਹਨਾਂ ਨੇ ਆਪਣਾ ਖੇਤੀਬਾੜੀ ਦਾ ਧੰਦਾ ਜਿਹੜਾ ਹੈ ਸੀ ਉਹ ਸ਼ੁਰੂ ਕੀਤਾ ਜੀ। 1962 ਦੇ ਵਿੱਚ ਮੇਰਾ ਜਨਮ ਹੁੰਦਾ ਹੈ। ਮੇਰੇ ਤੋਂ ਮੇਰੀਆਂ ਵੱਡੀਆਂ 3 ਭੈਣਾਂ ਨੇ ਜੀ। ਤੇ ਇੱਥੇ ਹੀ ਮੈਂ ਆਪਣਾ ਜਿਹੜਾ ਬਚਪਨ ਹੈ ਇਸ ਪਿੰਡ ਦੇ ਵਿੱਚ ਗੁਜ਼ਾਰਿਆ। ਸਾਡੇ ਪਿੰਡ ਦੇ ਵਿੱਚ ਸਕੂਲ ਹੈ ਨਹੀਂ ਸੀ ਜੀ। ਤਾਂ ਮੇਰੀਆਂ ਜਿਹੜੀਆਂ ਭੈਣਾਂ ਸੀ ਜਾਂ ਮੇਰੇ ਪਿੰਡ ਦੇ ਹੋਰ ਵੱਡੇ ਬੱਚੇ ਹੈਗੇ ਸੀ, ਉਹ ਸਾਡੇ ਨਾਲ ਦੇ ਪਿੰਡ ਸਦਰਵਾਲਾ ਹੈ ਸੀ, ਉੱਥੇ ਪੜ੍ਹਨ ਜਾਇਆ ਕਰਦੇ ਸੀ ਜੀ। ਤੇ ਮੈਂ ਵੀ ਛੋਟੀ ਉਮਰੇ ਹੀ ਉਹਨਾਂ ਦੇ ਨਾਲ ਉੱਥੇ ਜਾਣਾ ਸ਼ੁਰੂ ਕਰ ਦਿੱਤਾ, ਆਪਣੀਆਂ ਭੈਣਾਂ ਦੇ ਨਾਲ ਜੀ। 4 ਕੁ ਸਾਲ ਦੀ ਉਮਰ ਦੇ ਵਿੱਚ। ਤੇ 5 ਸਾਲ ਦੇ ਵਿੱਚ ਮੈਨੂੰ 6 ਸਾਲ ਦਾ ਬਣਾ ਕੇ ਸਾਡੇ ਅਧਿਆਪਕ ਬਲਦੇਵ ਸਿੰਘ ਹੋਰਾਂ ਨੇ ਮੇਰਾ ਨਾਮ ਦਾਖਲ ਕਰ ਲਿਆ ਤੇ ਇੱਥੋਂ ਮੇਰੀ ਜਿਹੜੀ ਐਜੂਕੇਸ਼ਨ ਹੈ ਉਹ ਸ਼ੁਰੂ ਹੋ ਗਈ। ਸਕੂਲ ਐਜੂਕੇਸ਼ਨ ਤੁਹਾਡੀ ਇੱਥੋਂ ਸ਼ੁਰੂ ਹੋਈ, ਉਸ ਤੋਂ ਬਾਅਦ ਮੈਟ੍ਰਿਕ ਤੁਸੀਂ ਕਿੱਥੋਂ ਕੀਤੀ? ਹਾਂ, 5ਵੀਂ ਕਲਾਸ ਮੈਂ ਇੱਥੋਂ ਸਦਰਵਾਲੇ ਤੋਂ ਕੀਤੀ। ਇਸ ਤੋਂ ਬਾਅਦ ਸਾਡੇ ਨਜ਼ਦੀਕ ਜਿਹੜਾ ਕਸਬਾ ਮਖੂ ਹੈ, ਹੁਣ ਤਾਂ ਉਹ ਸਬ ਤਹਿਸੀਲ ਬਣ ਗਿਆ, ਹਾਂਜੀ, ਉੱਥੇ ਗਵਰਨਮੈਂਟ ਹਾਈ ਸਕੂਲ ਮਖੂ ਤੋਂ ਮੈਂ ਮੈਟ੍ਰਿਕ ਕੀਤੀ ਜੀ, ਸਨ 78 ਦੇ ਵਿੱਚ ਜੀ। ਉਸ ਉਪਰੰਤ ਸਾਡੇ ਨਜ਼ਦੀਕ ਕੋਈ ਕਾਲਜ ਹੈ ਨਹੀਂ ਸੀ, ਫਿਰ ਮੈਨੂੰ ਫਿਰੋਜ਼ਪੁਰ ਜਾਣਾ ਪਿਆ
ਸਾਡੇ 2-4 ਸਾਥੀ ਹੋਰ ਵੀ ਸਨ। ਜੀ। ਤਾਂ ਅਸੀਂ ਆਰਐਸਡੀ ਕਾਲਜ ਫਿਰੋਜ਼ਪੁਰ ਵਿਖੇ ਦਾਖਲਾ ਲਿਆ ਤੇ ਉੱਥੋਂ ਮੈਂ 82 ਦੇ ਵਿੱਚ ਗ੍ਰੈਜੂਏਸ਼ਨ ਜਿਹੜੀ ਹੈ ਹਾਸਲ ਕੀਤੀ। ਜੀ। ਗ੍ਰੈਜੂਏਸ਼ਨ ਤੁਸੀਂ ਕਰ ਲਈ, ਉਸ ਤੋਂ ਬਾਅਦ ਦਾ ਸਫ਼ਰ ਸਿੱਖਿਆ ਦਾ ਕਿਵੇਂ ਰਿਹਾ? ਪੋਸਟ ਗ੍ਰੈਜੂਏਸ਼ਨ ਕਿਵੇਂ ਸਬਬ ਬਣਿਆ ਤੇ ਉਸ ਤੋਂ ਅਗਲੀ ਜਿਹੜੀ ਐਜੂਕੇਸ਼ਨ ਬੀਐਡ ਵਗੈਰਾ ਜਾਏ ਤੁਸੀਂ ਕਿਵੇਂ? ਉਹ ਡਾਕਟਰ ਸਾਹਿਬ ਇਸ ਤਰ੍ਹਾਂ ਹੈ ਕਿ ਬੜੀ ਗੁੰਝਲਦਾਰ ਕਹਾਣੀ ਹੈਗੀ ਹੈ ਕਿਸਮ ਦੀ। ਸੰਖੇਪ ਹਾਂ, ਜਿਨ੍ਹਾਂ ਦਿਨਾਂ ਦੇ ਵਿੱਚ ਮੈਂ ਕਾਲਜ ਸਟਾਰਟ ਕੀਤਾ ਹੈ ਨਾ, ਸ਼ੁਰੂ ਹੋਇਆ, 10th ਦੇ ਵਿੱਚ ਦਾਖਲਾ ਹੋਇਆ, ਤੇ ਬੜੇ ਅਜੀਬ ਜਿਹੇ ਸਰਕਮਸਟੈਂਸਸ ਵਾਪਰੇ। ਇਹ ਸਾਡੇ ਪਿੰਡ ਦੇ ਵਿੱਚ ਇੱਕ ਸਟ੍ਰੇ ਡੌਗ ਆ ਗਿਆ ਤੇ ਉਹਨੇ 2-4 ਬੰਦਿਆਂ ਨੂੰ ਕੱਟ ਲਿਆ। ਤੇ ਉਹ ਕਿਤੇ ਮੇਰੇ ਵੀ ਕੋਲੋਂ ਲੰਘਿਆ, ਮੈਨੂੰ ਕੱਟਿਆ ਤਾਂ ਨਹੀਂ ਹੈ, ਤੇ ਘਰਦਿਆਂ ਨੇ ਬਸ ਸ਼ੱਕ ਦੇ ਆਧਾਰ ਤੇ ਨਾ ਮੈਨੂੰ ਵੀ ਇੰਜੈਕਸ਼ਨ 14 ਲਵਾ ਦਿੱਤੇ। ਉਹ ਇੰਜੈਕਸ਼ਨ ਬੜੇ ਗਰਮ ਹੁੰਦੇ ਨੇ ਤੇ ਸਿਹਤ ਮੇਰੀ ਸੁੱਖ ਨਾਲ ਉਦੋਂ ਵੀ ਠੀਕ ਠਾਕ ਸੀ, ਤੇ ਉਹ ਇੰਜੈਕਸ਼ਨ ਨੇ ਬੁਰਾ ਪ੍ਰਭਾਵ ਹੋਣ ਕਰਕੇ ਮੇਰੀ ਸਿਹਤ ਖਰਾਬ ਹੋ ਗਈ, ਤੇ ਜਿਹੜੇ 3-4 ਵਰੇ ਮੇਰੇ ਹੈਗੇ ਸੀ ਉਹ ਸਿਹਤ ਖਰਾਬ ਰਹੀ, ਤੇ ਮੇਰੇ ਬ੍ਰੇਨ ਤੇ ਵੀ ਜਿਹੜਾ ਉਹਦਾ ਇਫੈਕਟ ਹੈਗਾ ਬਹੁਤ ਮਾੜਾ ਪਿਆ। ਮੇਰੀ ਮੈਮਰੀ ਜਿਹੜੀ ਹੈਗੀ ਸੀ ਉਹ ਬੜੀ ਡਲ ਹੋ ਗਈ। ਪੜ੍ਹਾਉਣ ਦੀ ਜਿਹੜੀ ਮੇਰੀ ਕੈਪੈਸਿਟੀ ਹੈਗੀ ਸੀ ਉਹ ਬੜੀ ਘਟ ਗਈ ਜੀ। ਤੇ ਮੇਰੇ ਗ੍ਰੈਜੂਏਸ਼ਨ ਦੇ ਵਿੱਚ ਅੱਛੇ ਕੋਈ ਮਾਰਕਸ ਨਹੀਂ ਬਣ ਸਕੇ, ਤੇ ਨਾ ਹੀ ਮੇਰਾ ਫਿਰ ਫਰਦਰ ਕਿਤੇ ਯੂਨੀਵਰਸਿਟੀ ਜਿਹੜਾ ਹੈਗਾ ਸੀ ਦਾਖਲਾ ਹੋ ਸਕਿਆ। ਤਾਂ ਇਸ ਵਕਤ ਮੈਂ ਹਤਾਸ਼ ਹੋ ਕੇ ਤੇ ਮਾਰਕਫੈਡ ਦੇ ਵਿੱਚ ਉਦੋਂ ਕੋਈ ਪੋਸਟਾਂ ਨਿਕਲੀਆਂ ਸੀ ਕਾਟਨ ਸੈੱਲ ਦੇ ਵਿੱਚ ਜੀ, ਫੀਲਡ ਅਸਿਸਟੈਂਟ ਜੀ। ਉਹ ਮੈਂ ਜੁਆਇਨ ਕਰ ਲਿਆ। 3-4 ਸਾਲ ਮੈਂ ਮਾਰਕਫੈਡ ਦੇ ਵਿੱਚ ਐਡ ਹੌਕ ਬੇਸਿਸ ਤੇ ਨੌਕਰੀ ਕੀਤੀ। ਤਾਂ ਉਹਨਾਂ ਨੇ ਸਾਨੂੰ ਰੈਗੂਲਰ ਨਹੀਂ ਕੀਤਾ, ਤਾਂ ਉਹਦੇ ਚੋਂ ਵੀ ਮੈਂ ਥੋੜ੍ਹਾ ਜਿਹਾ ਫੈਡ ਅਪ ਹੋ ਗਿਆ ਤੇ ਉਹ ਛੱਡ ਦਿੱਤਾ। ਤਾਂ ਇਸ ਵਾਰ ਮੈਂ ਦੁਬਾਰਾ ਐਜੂਕੇਸ਼ਨ ਜਿਹੜੀ ਹੈਗੀ ਨਾ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੋਰਸਪੋਂਡੈਂਸ ਰਾਹੀਂ ਸ਼ੁਰੂ ਕੀਤੀ। ਉੱਥੋਂ ਮੈਂ ਪੰਜਾਬੀ ਦੀ ਐਮਏ ਕੀਤੀ। ਪੰਜਾਬੀ ਦੀ ਐਮਏ ਕੀਤੀ, ਠੀਕ ਹੈ। ਉਸ ਤੋਂ ਬਾਅਦ ਫਿਰ ਉਸ ਉਪਰੰਤ ਇਸ ਬਿਟਵੀਨ ਹੀ ਮੇਰੀ ਸ਼ਾਦੀ ਹੋ ਗਈ ਜੀ। ਇਸ ਦੌਰਾਨ ਮੈਂ ਕੁਝ ਸਮਾਂ ਖੇਤੀਬਾੜੀ ਵੀ ਕੀਤੀ ਪਿੰਡ ਹੁੰਦਿਆਂ। ਉਸ ਸਮਾਂ ਸਾਡੇ ਜੁਆਇੰਟ ਫੈਮਿਲੀ ਸੀ, ਉਹਦੇ ਵਿੱਚ ਸਾਡੇ ਕੋਲ ਟਰੱਕ ਸੀ, ਉਹ ਟਰੱਕ ਦਾ ਧੰਦਾ ਵੀ ਕੀਤਾ, ਡਰਾਈਵਰੀ ਵੀ ਕੀਤੀ। ਅੱਛਾ। ਇੱਕ ਅਸੀਂ 86 ਦੇ ਵਿੱਚ ਪੰਜਾਬ ਲੈਂਡ ਰੈਕਲੇਮੇਸ਼ਨ ਡਿਵੈਲਪਮੈਂਟ ਕਾਰਪੋਰੇਸ਼ਨ ਇੱਕ ਹੈ, ਏਜੰਸੀ ਹੈਗੀ ਹੈ ਕਾਰਪੋਰੇਸ਼ਨ, ਤੇ ਉਹ ਸੈਂਟਰ ਦਿੰਦੀ ਹੈ ਪੜ੍ਹੇ ਲਿਖੇ ਨੌਜਵਾਨਾਂ ਨੂੰ ਬੀਜ ਤੇ ਖਾਦਾਂ ਤੇ ਜਿਹੜੀਆਂ ਫਸਲੀ ਦਵਾਈਆਂ ਹੁੰਦੀਆਂ ਨੇ ਉਹ ਵੇਚਣ ਦੇ ਲਈ। ਉਹ ਵੀ ਲਿਆ, ਪਰ ਉਹ ਮੇਰੇ ਕੋਲ ਜਿਹੜਾ ਬੰਦਾ ਹੈਗਾ ਉਹ ਵਪਾਰ ਦੇ ਵਿੱਚ ਕਾਮਯਾਬੀ ਨਹੀਂ ਹਾਸਲ ਕਰ ਸਕਦਾ। ਮਤਲਬ ਕੁਛ ਹੈ ਹੀ ਇੱਦਾਂ ਦੇ, ਆਧਾਰ ਸੁਧਾਰ ਬਹੁਤ ਹੋ ਗਿਆ ਤੇ ਉਹਦੇ ਤੋਂ ਵੀ ਮੈਂ ਫੇਲ ਹੀ ਸਮਝੋ ਕਿ ਹੋ ਗਿਆ। ਤੇ ਦੁਬਾਰਾ ਐਜੂਕੇਸ਼ਨ ਹਾਸਲ ਕੀਤੀ ਤੇ ਮੈਂ ਐਜੂਕੇਸ਼ਨ ਨਾਲ ਦੁਬਾਰਾ ਫਿਰ ਜੁੜ ਗਿਆ। ਉਸ ਤੋਂ ਬਾਅਦ ਯਾਨੀ ਤੁਸੀਂ ਬੀਐਡ 'ਚ ਦਾਖਲਾ ਲੈ ਲਿਆ? ਹਾਂ, ਇੱਕ ਮੈਂ ਤੁਹਾਨੂੰ ਹੋਰ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਮੇਰਾ ਯੂਨੀਵਰਸਿਟੀ ਦੇ ਵਿੱਚ ਦਾਖਲਾ ਨਹੀਂ ਹੋ ਸਕਿਆ, ਗ੍ਰੈਜੂਏਸ਼ਨ ਨੰਬਰ ਘੱਟ ਸੀ, ਤੇ ਮੇਰੀ ਇੱਛਾ ਸੀ ਕਿ ਮੈਂ ਅਧਿਆਪਕ ਬਣਾ, ਤੇ ਬੀਐਡ ਦੇ ਵਿੱਚ ਵੀ ਦਾਖਲਾ ਮੈਰਿਟ ਘੱਟ ਹੋਣ ਕਰਕੇ ਨਹੀਂ ਹੋਇਆ। ਪਰ ਇਤਫਾਕੀਆ ਜਿਵੇਂ ਕਹਿੰਦੇ ਨੇ ਕਿ ਜੋ ਹਿੰਮਤ ਕਰਦਾ ਪਰਮਾਤਮਾ ਹੀ ਹੁੰਦੀ ਮਲਬਾਂ ਫੜ ਲੈਂਦਾ ਹੈ। ਤਾਂ ਉਹਨਾਂ ਸਮਿਆਂ ਦੇ ਵਿੱਚ 90 ਦੇ ਜਾਂ 89 ਦੇ ਕਰੀਬ ਇੱਕ ਐਂਟਰੈਂਸ ਟੈਸਟ ਜਿਹੜਾ ਹੈਗਾ ਸੀ, ਉਸ ਬੇਸ ਤੇ ਜਿਹੜੀ ਬੀਐਡ ਦੀ ਐਡਮਿਸ਼ਨ ਸ਼ੁਰੂ ਹੋਈ। 1991 ਦੇ ਵਿੱਚ ਟੈਸਟ ਸ਼ੁਰੂ ਹੋਇਆ ਸੀ। ਹਾਂ, ਲਗਭਗ ਇੱਥੇ ਕੋਈ। ਹਾਂਜੀ। ਤਾਂ ਫਿਰ ਉਸ ਦੌਰਾਨ ਮੈਂ ਮਿਹਨਤ ਕਰਕੇ ਉਸ ਟੈਸਟ ਨੂੰ ਪਾਸ ਕੀਤਾ, ਚੰਗੀ ਮੈਰਿਟ ਦੇ ਵਿੱਚ ਕੀਤਾ, ਤੇ ਦੁਬਾਰਾ ਤੁਹਾਡੇ ਨਾਲ ਮੈਨੂੰ ਖਿਆਲ ਆਉਂਦਾ ਹੈ, ਹੋਰ ਵੀ ਮਿੱਤਰ ਹੈਗੇ ਸੀ ਇਸ ਤਰ੍ਹਾਂ ਦੇ ਜਿਹੜੇ ਮੇਰੇ ਤੋਂ 5 ਵਰੇ ਛੋਟੇ ਸੀ, ਤੇ ਮੈਂ ਉਦੋਂ ਵਿਆਹਿਆ ਹੋਇਆ ਸੀ, ਬੱਚੇ ਵੀ ਸਨ, ਤੇ ਮੈਂ ਤੁਹਾਡੇ ਨਾਲ ਫਿਰ ਉਦੋਂ ਬੀਐਡ ਜਿਹੜੀ ਹੈਗੀ ਫਰੀਦਕੋਟ ਗਵਰਨਮੈਂਟ ਕਾਲਜ ਦੇ ਵਿੱਚ। ਜੀ। ਤੇ ਉਸ ਤੋਂ ਬਾਅਦ ਫਿਰ ਪਟਿਆਲਾ ਸ਼ਿਫਟ ਹੋਣ ਦਾ ਸਬਬ ਕਿਵੇਂ ਬਣਿਆ ਇੱਥੋਂ ਪਿੰਡ ਵਰਿਆਂ ਤੋਂ? ਇਸ ਤਰ੍ਹਾਂ ਸੀ ਕਿ ਸਾਡਾ ਜਿਹੜਾ ਇਲਾਕਾ ਸੀ ਨਾ ਉਹ ਐਜੂਕੇਸ਼ਨ ਦੇ ਪੱਖ ਤੋਂ ਥੋੜ੍ਹਾ ਜਿਹਾ ਪਛੜਿਆ ਹੋਇਆ ਸੀ। ਬੱਚਿਆਂ ਦੀ ਐਜੂਕੇਸ਼ਨ ਵਾਸਤੇ ਕੋਈ ਅੱਛਾ ਸਕੂਲ ਨਹੀਂ ਸੀਗਾ, ਨਹੀਂ ਸੀ ਸਕੂਲ ਹੈਗੇ। ਤੇ ਅਸੀਂ ਮੇਰੇ ਜਿਹੜੇ ਮਿਸਿਸ ਸਨ ਉਹ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਮੁਲਾਜ਼ਮ ਸਨ, ਤੇ ਵਾਲੀਬਾਲ ਦੇ ਬਹੁਤ ਅੱਛੇ ਪਲੇਅਰ ਸੀ। ਮੈਨੂੰ
ਇਸ ਗੱਲ ਨੂੰ ਕਹਿੰਦੇ ਹੋਇਆ ਖੁਸ਼ੀ ਵੀ ਹੁੰਦੀ ਕਿ 82 ਏਸ਼ੀਅਡ ਦੇ ਵਿੱਚ ਉਹ ਜਿਹੜੀਆਂ ਦਿੱਲੀ ਦੇ ਵਿੱਚ ਹੋਈਆਂ ਸੀ ਉਹਦੇ ਵਿੱਚ ਉਹ ਟੀਮ 'ਚ ਵੀ ਸ਼ਾਮਲ ਹੈਗੇ ਸੀ। ਮਤਲਬ ਤੇ ਉਹਨਾਂ ਦਾ ਕੌਮਾਂਤਰੀ ਪੱਧਰ ਤੇ ਖਿਡਾਰੀ ਨੇ ਤੁਹਾਡੇ ਹਮਸਫਰ। ਹਾਂਜੀ, ਉਹਨਾਂ ਦਾ ਆਉਣ ਜਾਣ ਪਟਿਆਲਾ ਬਹੁਤ ਰਹਿੰਦਾ ਸੀ ਤੇ ਮੈਂ ਵੀ, ਸਾਡੇ ਕੁਝ ਰਿਸ਼ਤੇਦਾਰ ਇੱਧਰ ਹੈਗੇ ਸੀ। ਮੈਂ ਗਾਹੇ ਬਗਾਏ ਪਟਿਆਲਾ ਜਿਹੜਾ ਦੇਖਿਆ ਸੀ, ਮੈਨੂੰ ਪਟਿਆਲਾ ਸਿਟੀ ਵੈਸੇ ਹੀ ਮਤਲਬ ਆਕਰਸ਼ਿਤ ਕਰਦਾ ਹੈਗਾ ਸੀ ਕਿ ਕਾਸ਼ ਮੈਂ ਵੀ ਇੱਥੇ ਰਵਾਂ ਜੀ। ਤੇ ਇਸ ਤੋਂ ਇਲਾਵਾ ਇਹ ਇੱਕ ਬੜੀ ਕਲਚਰਲ ਹੱਬ ਸੀ, ਐਜੂਕੇਸ਼ਨ ਦੇ ਪੱਖ ਤੋਂ ਬਹੁਤ ਅੱਛਾ ਸੀ, ਸਪੋਰਟਸ ਦੇ ਪੱਖ ਤੋਂ ਬਹੁਤ ਅੱਛਾ ਸੀ, ਬਾਗਾਂ ਵਾਲਾ ਸ਼ਹਿਰ ਹੈਗਾ ਸੀ ਤੇ ਮੈਂ ਵੀ ਕੁਛ ਇੱਦਾਂ ਦੀ ਰੰਗੀਨ ਤਬੀਅਤ ਦਾ ਮਾਲਕ ਹੈਗਾ ਸੀ। ਤੇ ਮੇਰੇ ਪਿਤਾ ਰਿਟਾਇਰ ਹੋ ਗਏ ਇਲੈਕਟ੍ਰਿਸਿਟੀ ਬੋਰਡ ਦੇ ਵਿੱਚੋਂ, ਤੇ ਉਹਨਾਂ ਨੇ ਘਰ ਦਾ ਜਿਹੜਾ ਕੰਮਕਾਰ ਹੈਗਾ ਸੀ ਸਾਂਭ ਲਿਆ। ਭੈਣਾਂ ਮੇਰੀਆਂ ਵਿਆਹੀ ਗਈਆਂ, ਆਪਣੇ ਆਪਣੇ ਘਰਾਂ 'ਚ ਚਲੀਆਂ ਗਈਆਂ। ਮੈਨੂੰ ਛੁੱਟੀ ਦੇ ਦਿੱਤੀ ਤੇ ਮੈਂ ਆਪਦਾ ਜਿਹੜਾ ਜੁੱਲੀ ਬਿਸਤਰਾ ਚੱਕ ਕੇ ਤੇ ਆਪਦੀ ਫੈਮਿਲੀ ਦੇ ਨਾਲ ਘਰੇ ਆ ਗਿਆ। ਤੇ ਇਤਫਾਕ ਨਾਲ ਇੱਥੇ ਹੀ ਫਿਰ ਮੈਨੂੰ ਆਰੀਆ ਸਕੂਲ ਦੇ ਵਿੱਚ ਪੰਜਾਬੀ ਅਧਿਆਪਕ ਵਜੋਂ ਮੈਨੂੰ ਜੋਬ ਮਿਲ ਗਈ। ਇੱਥੋਂ ਮੈਂ ਆਪਣਾ ਜਿਹੜਾ ਸ਼ੁਰੂ ਕੀਤੀ ਜੋਬ। ਤੁਸੀਂ ਆਰੀਆ ਸਕੂਲ ਪਟਿਆਲਾ ਦੇ ਵਿੱਚ ਜੋਬ ਕਰਦੇ ਰਹੇ, ਉਸ ਤੋਂ ਬਾਅਦ ਫਿਰ ਤੁਸੀਂ ਸਿੱਖਿਆ ਵਿਭਾਗ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਚਲੇ ਗਏ? ਉਹ ਮੈਂ ਲਗਭਗ 4 ਸਾਲ ਦੀ ਮੇਰੀ ਜੋਬ ਹੋ ਗਈ ਸੀ ਤੇ ਉਸੇ ਦੌਰਾਨ ਫਿਰ ਪੰਜਾਬ ਗਵਰਨਮੈਂਟ ਨੇ ਕੁਝ ਪੋਸਟਾਂ ਜਿਹੜੀਆਂ ਹੈਗੀਆਂ ਸੋ ਕੱਢੀਆਂ ਤੇ ਉਹਦੇ ਵਿੱਚ ਲੈਕਚਰਰ ਕਾਡਰ ਦੀ ਵੀ ਸੀ ਤੇ ਮਾਸਟਰ ਕੈਡਰ ਦੀ ਵੀ ਸੀ। ਤਾਂ ਮੇਰੀ ਮੈਰਿਟ ਕੁਛ ਘੱਟ ਹੋਣ ਦੇ ਨਾਤੇ ਮੈਂ ਦੋਨਾਂ ਇੰਟਰਵਿਊ ਵੈਸੇ ਦਿੱਤੀਆਂ, ਬਟ ਐਜ਼ ਏ ਲੈਕਚਰਰ ਮੈਂ ਸਿਲੈਕਸ਼ਨ ਮੇਰੀ ਨਹੀਂ ਹੋ ਸਕੀ। ਮਾਸਟਰ ਕਾਡਰ ਦੇ ਵਿੱਚ ਹੋ ਗਈ, ਮਾਸਟਰ ਕਾਡਰ ਦੇ ਵਿੱਚ ਹੋ ਗਈ ਤੇ ਮੈਂ ਫਿਰ ਉਹ ਆਰੀਆ ਸਕੂਲ ਛੱਡ ਕੇ ਤੇ ਪੰਜਾਬ ਗਵਰਨਮੈਂਟ ਦੇ ਸਿੱਖਿਆ ਅਧਿਕਾਰ ਖੇਤਰ ਦੇ ਵਿੱਚ ਆ ਗਿਆ ਤੇ ਇੱਥੇ ਮੈਂ ਆਪਣੀ ਜਿਹੜੀ ਐਜੂਕੇਸ਼ਨ ਹੈਗੀ ਉਸ ਨੂੰ ਵੀ ਜਾਰੀ ਰੱਖਿਆ। ਅੱਗੇ MA ਹਿਸਟਰੀ ਕੀਤੀ, MA ਅੰਗਰੇਜ਼ੀ ਕੀਤੀ, MA ਐਜੂਕੇਸ਼ਨ ਕੀਤੀ। ਇਹ ਸਿਲਸਿਲਾ ਜਿਹੜਾ ਹੈਗਾ ਸੀ ਨਾ ਪੜ੍ਹਨ ਪੜ੍ਹਾਉਣ ਦਾ ਚੱਲਦਾ ਰਿਹਾ। ਤੇ ਪਟਿਆਲਾ ਵਿੱਚ ਇੱਕ ਮੈਨੂੰ ਮੌਜ ਹੋਰ ਵੀ ਬਣ ਗਈ ਕਿ ਮੈਂ ਸਾਹਿਤਕ ਰੁਚੀਆਂ ਨਾਲ ਸੰਬੰਧਿਤ ਤਾਂ ਹੈ ਹੀ ਸੀ, ਇੱਥੇ ਕੁਝ ਅਸੀਂ ਕੁਝ ਅੱਛੇ ਜਿਹੜੇ ਦੋਸਤ ਹੈਗੇ ਸੀ ਉਹਨਾਂ ਦੇ ਨਾਲ ਤਾਲਮੇਲ ਹੋਇਆ ਤੇ ਇਸ ਤਰ੍ਹਾਂ ਇੱਕ ਅੱਛੀ ਜ਼ਿੰਦਗੀ ਦੀ ਨਾ ਜਿਹੋ ਜਿਹੀ ਮੈਂ ਚਾਹੁੰਦਾ ਸੀ ਉਹ ਸ਼ੁਰੂਆਤ ਹੋ ਗਈ। ਅੱਛਾ, ਮੈਂ ਇੱਕ ਗੱਲ ਤੁਹਾਨੂੰ ਪੁੱਛਣੀ ਚਾਹੂੰਗਾ ਕਿ ਤੁਸੀਂ ਪੰਜਾਬੀ ਦੇ ਅਧਿਆਪਕ ਰਹੇ, ਅੰਗਰੇਜ਼ੀ ਦੇ ਪ੍ਰਾਧਿਆਪਕ ਰਿਟਾਇਰ ਹੋਏ, ਇਹ ਜਿਹੜੀ ਤੁਹਾਡੀ ਕਵਿਤਾ ਹੈ ਇਹ ਪਿੰਡ ਵਰਿਆਂ ਤੋਂ ਸ਼ੁਰੂ ਹੁੰਦੀ ਹੈ ਜਾਂ ਪਟਿਆਲੇ ਬਾਗਾਂ ਦੇ ਸ਼ਹਿਰ 'ਚ ਆ ਕੇ ਸ਼ੁਰੂ ਹੁੰਦੀ ਹੈ? ਕਵਿਤਾ ਤਾਂ ਬਹੁਤ ਪਿੱਛੋਂ ਹੀ ਸ਼ੁਰੂ ਹੋ ਗਈ। ਜਦੋਂ ਬਚਪਨ ਦੇ ਵਿੱਚ ਮੈਨੂੰ ਅੱਜ ਯਾਦ ਆਉਂਦਾ ਕਿ ਉਦੋਂ ਰੇਡੀਓ ਹੁੰਦੇ ਸੀ, ਟੀਵੀ ਤੇ ਆਏ ਨਹੀਂ ਸੀ। ਰੇਡੀਓ ਦੇ ਵਿੱਚ ਜਿਹੜੇ ਉਦੋਂ ਸਾਹਿਤਕ ਗੀਤ ਹੁੰਦੇ ਸੀ, ਸਤਿੰਦਰ ਕੌਰ ਹੋਰਾਂ ਦੇ, ਪ੍ਰਕਾਸ਼ ਕੌਰ ਹੋਰਾਂ ਦੇ, ਆਸਾ ਸਿੰਘ ਮਸਤਾਨਾ ਹੋਰਾਂ ਦੇ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਸਿੰਗਰ ਹੈਗੇ ਸੀ ਜੋ ਸੱਭਿਆਚਾਰਕ ਗੀਤ ਗਾਉਂਦੇ ਸੀ, ਉਹ ਮੈਂ ਬਹੁਤ ਧਿਆਨ ਨਾਲ ਸੁਣਿਆ ਕਰਦਾ ਸੀ, ਮੈਨੂੰ ਅੱਛੇ ਲੱਗਦੇ ਸੀ। ਠੀਕ ਹੈ। ਤੇ ਉਹ ਗੀਤ ਹੀ ਮੇਰੇ ਅੰਦਰ ਕਿਤੇ ਬਹਿ ਗਏ ਜੀ। ਇਸ ਤੋਂ ਬਾਅਦ ਜਦੋਂ ਮੈਂ ਸਾਡੇ ਸਕੂਲ ਦੇ ਵਿੱਚ ਕੋਈ ਲਾਇਬ੍ਰੇਰੀ ਦਾ ਪ੍ਰਬੰਧ ਹੈ ਨਹੀਂ ਸੀ, ਅਸੀਂ ਬਸ ਸਿਲੇਬਸੀ ਕਿਤਾਬਾਂ ਪੜ੍ਹ ਕੇ ਪਾਸ ਹੋਏ। ਜਦੋਂ ਮੈਂ ਕਾਲਜ ਗਿਆ ਤੇ ਉੱਥੇ ਲਾਇਬ੍ਰੇਰੀ ਦੀ ਸਹੂਲਤ ਜਦੋਂ ਮਿਲੀ ਮੈਨੂੰ, ਤੇ ਸਾਡੇ ਪ੍ਰੋਫੈਸਰ ਅਰੋੜਾ ਸਾਹਿਬ ਸਨ, ਮਹਿੰਦਰਪਾਲ ਸਿੰਘ ਸਨ ਪੰਜਾਬੀ ਦੇ ਪ੍ਰੋਫੈਸਰ ਸਾਹਿਬ, ਉਹਨਾਂ ਨੇ ਸਾਨੂੰ ਕਿਹਾ ਕਿ ਲਾਇਬ੍ਰੇਰੀ ਦੇ ਵਿੱਚੋਂ ਆਹ ਜਿਹੜੀਆਂ ਕਿਤਾਬਾਂ ਹੈਗੀਆਂ ਨੇ ਇਹ ਕਢਵਾ ਕੇ ਤੇ ਤੁਸੀਂ ਪੜ੍ਹੋ। ਤਾਂ ਮੈਂ ਉਹ ਕਿਤਾਬਾਂ ਪੜ੍ਹੀਆਂ ਜੀ, ਬਹੁਤ ਸਾਰੇ ਨਾਵਲ, ਬਹੁਤ ਸਾਰੇ ਕਹਾਣੀ ਸੰਗ੍ਰਹਿ, ਬਹੁਤ ਸਾਰੇ ਇਸ ਤਰ੍ਹਾਂ ਕਵਿਤਾ ਸੰਗ੍ਰਹਿ ਜਿਹੜੇ ਹੈਗੇ ਸੀ ਉਹ ਪੜ੍ਹੇ। ਸੰਤ ਸਿੰਘ ਕੰਵਲ ਨੂੰ ਪੜ੍ਹਿਆ, ਗੁਰਦਿਆਲ ਸਿੰਘ ਨੂੰ ਪੜ੍ਹਿਆ, ਉਹ ਗੁਰਬਖਸ਼ ਸਿੰਘ ਪ੍ਰੀਤਲੜੀ ਪੜ੍ਹੇ। ਸਾਡੇ ਉਸ ਲਾਇਬ੍ਰੇਰੀ ਦੇ ਵਿੱਚ ਇੱਕ ਬਹੁਤ ਵੱਡੀ ਫੋਟੋ ਲੱਗੀ ਹੋਈ ਸੀ ਸ਼ਿਵ ਕੁਮਾਰ ਹੋਰਾਂ ਦੀ, ਤੇ ਹੋ ਸਕਦਾ ਉਹ ਅੱਜ ਵੀ ਉੱਥੇ ਪਈ ਹੋਵੇ। ਤੇ ਮੈਂ ਉਹ ਲਾਇਬ੍ਰੇਰੀਅਨ ਨੂੰ ਪੁੱਛਿਆ ਵੀ ਇਹ ਫੋਟੋ ਕਿਹਨਾਂ ਦੀ ਹੈਗੀ, ਤਦ ਤੱਕ ਮੈਂ ਸ਼ਿਵ ਕੁਮਾਰ ਹੋਰਾਂ ਨੂੰ ਜਾਣਦਾ ਨਹੀਂ ਸੀ ਹੈ ਜੀ। ਉਹਨੇ ਦੱਸਿਆ ਮੈਨੂੰ ਤੇ ਮੈਨੂੰ ਫਿਰ ਉਹਨਾਂ ਨੇ ਸਾਰੀਆਂ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਹੈਗੀਆਂ ਨੇ ਉਹ ਮੈਂ ਪੜ੍ਹੀਆਂ ਉਹਨਾਂ ਤੋਂ ਲੈ ਕੇ ਕਢਵਾ ਕੇ। ਤਾਂ ਇਸ ਤਰ੍ਹਾਂ ਫਿਰ ਪੋਇਟਰੀ ਦੇ ਨਾਲ ਵੀ ਜਿਹੜਾ ਤਾਲਮੇਲ ਬਣ ਗਿਆ। ਇੱਕ ਇਹ ਹੈ ਕਿ ਸਾਡੇ ਮਹਿੰਦਰਪਾਲ ਸਿੰਘ ਪ੍ਰੋਫੈਸਰ ਸੀ ਜਿਹੜੇ, ਉਹ ਜਿਹੜਾ ਕਾਲਜ ਦਾ ਮੈਗਜ਼ੀਨ ਨਿਕਲਦਾ ਸੀ ਉਹਦੇ ਇੰਚਾਰਜ ਸਨ। ਉਹਨਾਂ ਨੇ ਵੀ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਕਿ ਤੁਸੀਂ ਆਪਣੀਆਂ ਰਚਨਾਵਾਂ ਲਿਖ ਕੇ ਦਿਓ। ਤੇ ਮੈਂ ਉਹਨਾਂ ਦਿਨਾਂ 'ਚ ਫਿਕਸ਼ਨ ਜ਼ਿਆਦਾ ਪੜ੍ਹੀ ਸੀ ਤੇ ਮੈਂ ਕੁਛ ਇੱਕ ਕਹਾਣੀ ਲਿਖੀ
ਤੇ ਉਹ ਕਹਾਣੀ ਜਿਹੜੀ ਸੀ ਉਹਨਾਂ ਨੂੰ ਅੱਛੀ ਲੱਗੀ, ਉਹਦਾ ਮਿਆਰ ਠੀਕ ਲੱਗਾ ਕੁਛ, ਉਹ ਉਹਨਾਂ ਨੇ ਉਹਦੇ ਵਿੱਚ ਛਾਪੀ। ਤੇ ਇਸ ਤਰ੍ਹਾਂ ਜਦੋਂ ਛਾਪੀ ਤੇ ਮੇਰਾ ਉਤਸ਼ਾਹ ਵੱਧ ਗਿਆ। ਉਸ ਤੋਂ ਬਾਅਦ ਮੈਂ 10-12 ਕਹਾਣੀਆਂ ਵੀ ਲਿਖੀਆਂ ਜੋ ਵੱਖਰੇ ਵੱਖਰੇ ਅਖਬਾਰਾਂ ਦੇ ਵਿੱਚ ਛਪਦੀਆਂ ਰਹੀਆਂ। ਜੀ ਬਟ ਜਦੋਂ ਮੈਂ ਗ੍ਰੈਜੂਏਸ਼ਨ ਕਰਕੇ ਵਾਪਸ ਮਖੂ ਆ ਜਾਣਾ ਤਾਂ ਉੱਥੇ ਇੱਕ ਸਾਹਿਤ ਸਭਾ ਬਣੀ ਹੋਈ ਸੀ, ਜੀ ਜਿਸ ਵਿੱਚ ਜਿਹੜੇ ਜ਼ਿਆਦਾਤਰ ਮੈਂਬਰ ਹੈਗੇ ਸੀ ਨਾ, ਉਹ ਮਤਲਬ ਕਵਿਤਾ, ਗੀਤ ਤੇ ਗਜ਼ਲ ਵਗੈਰਾ ਲਿਖਦੇ ਸੀ। ਸੋ ਜੀ ਉਹਨਾਂ ਦੇ ਪ੍ਰਭਾਵ ਹੇਠ ਆ ਕੇ ਤੇ ਕੁਛ ਮੈਂ ਅੱਛੇ ਜਿਹੜੇ ਪੋਇਟ ਸੀ ਉਹਨਾਂ ਦਿਨਾਂ ਦੇ ਵਿੱਚ, ਸ਼ਿਵ ਕੁਮਾਰ ਜਾਂ ਸੰਤ ਰਾਮ ਉਦਾਸੀ ਜਾਂ ਜੀ ਹੋਰ ਇਸ ਪੱਧਰ ਦੇ ਜਿਹੜੇ ਹੈਗੇ ਸੀ, ਉਹ ਪੜ੍ਹਨ ਦੇ ਨਾਲ ਮੈਂ ਥੋੜ੍ਹਾ ਜਿਹਾ ਕਵਿਤਾ ਦੇ ਵੱਲ ਆ ਗਿਆ। ਜੀ ਤੇ ਇਸ ਤਰ੍ਹਾਂ ਮੇਰੀ ਕਵਿਤਾ ਦੀ ਸ਼ੁਰੂਆਤ ਹੋ ਗਈ ਤੇ ਕਹਾਣੀ ਵੱਲੋਂ ਇੱਕ ਕਿਸਮ ਦਾ ਮੈਂ ਟੁੱਟ ਗਿਆ। ਜੀ ਮਤਲਬ ਸ਼ੁਰੂਆਤ ਤੁਹਾਡੀ ਜਿਹੜੀ ਹੈ ਉਹ ਪੰਜਾਬੀ ਫਿਕਸ਼ਨ ਤੋਂ ਹੋਈ, ਗਲਪ ਹਾਂਜੀ ਸਾਹਿਤ ਤੋਂ ਹੋਈ, ਲੇਕਿਨ ਜੀ ਕਵੀਆਂ ਦੇ ਪ੍ਰਭਾਵ ਹੇਠ ਤੁਸੀਂ, ਜਾਂ ਤੁਸੀਂ ਕਹਿ ਰਹੇ ਹੋ ਕਿ ਸ਼ਿਵ ਕੁਮਾਰ ਦੀ ਜਿਹੜੀ ਪਰਸਨੈਲਿਟੀ ਹੈ, ਸ਼ਿਵ ਕੁਮਾਰ ਦੀ ਜਿਹੜੀ ਸ਼ਖਸੀਅਤ ਹੈ, ਉਸ ਤੋਂ ਜੀ ਜੀ ਪ੍ਰਭਾਵਿਤ ਹੋ ਕੇ ਕਵਿਤਾ ਦਾ ਖਿਆਲ ਤੁਹਾਡੇ ਮਨ ਦੇ ਵਿੱਚ ਆਇਆ ਔਰ ਕਵਿਤਾ ਤੁਸੀਂ ਲਿਖਣੀ ਸ਼ੁਰੂ ਹਾਂਜੀ ਕਰਤੀ। ਤੁਹਾਡੀਆਂ 5 ਪੁਸਤਕਾਂ ਆਈਆਂ ਨੇ ਮਾਰਕੀਟ ਦੇ ਵਿੱਚ, ਜੀ ਜਿਨ੍ਹਾਂ ਦੇ ਵਿੱਚ ਤੁਹਾਡੇ ਕਵਿਤਾ ਦਾ ਰੰਗ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਹੈ, ਜਿਹਦੇ 'ਚ ਪਹਿਲੀ ਤੁਹਾਡੀ ਹੈਗੀ ਹੈ ਇੱਕ ਗੀਤ ਅਧੂਰਾ, ਫਿਰ ਕੋਮਲ ਸਿੰਘ ਆਖਦਾ ਹੈ, ਘਾੜਤ, ਮੈਂ ਵੀ ਆਦ ਜੁਗਾਦ, ਮਧੂਕਰੀ। ਸੋ ਇਹ 5 ਜਿਹੜੀਆਂ ਪੁਸਤਕਾਂ ਨੇ, ਇਹਨਾਂ ਦੇ ਨਾਂ ਹਾਂਜੀ ਆਪਣੇ ਆਪ ਦੇ ਵਿੱਚ ਬੜੇ ਖੂਬਸੂਰਤ ਨੇ, ਔਰ ਬਿਨਾਂ ਸ਼ੱਕ ਜਦੋਂ ਇਹ ਕਿਤਾਬਾਂ ਨੂੰ ਪੜ੍ਹਦੇ ਆ ਤਾਂ ਕਿਸੇ ਨਾ ਕਿਸੇ ਕਵਿਤਾ ਦੇ ਸਿਰਲੇਖ ਨੂੰ ਲੈ ਕੇ ਤੁਸੀਂ ਇਹ ਕਿਤਾਬਾਂ ਦੇ ਨਾਂ ਜਿਹੜੇ ਆ ਉਹ ਰੱਖੇ ਨੇ। ਲੇਕਿਨ ਇੱਕ ਚੀਜ਼ ਮੈਂ ਤੁਹਾਨੂੰ ਪੁੱਛਣੀ ਚਾਹੂੰਗਾ ਕਿ ਇਸ ਤਰ੍ਹਾਂ ਦੇ ਖੂਬਸੂਰਤ ਸਿਰਲੇਖ ਕਵਿਤਾ ਰਚਨ ਤੋਂ ਬਾਅਦ ਬਣਦੇ ਆ, ਜਾਂ ਕਵਿਤਾ ਰਚਨ ਤੋਂ ਪਹਿਲਾਂ ਹੀ ਸਿਰਲੇਖ ਤੁਹਾਡੇ ਦਿਮਾਗ 'ਚ ਆਉਂਦਾ? ਇਹ ਇਸ ਤਰ੍ਹਾਂ ਨਹੀਂ ਹੁੰਦਾ। ਕਿਤਾਬ ਦਾ ਜਦੋਂ ਮੈਟਰ ਪੂਰਾ ਹੋ ਜਾਂਦਾ ਤਾਂ ਅਸੀਂ ਦੇਖਦੇ ਹਾਂ ਕਿ ਕਿਹੜਾ ਸਿਰਲੇਖ ਜਿਹੜਾ ਹੈਗਾ ਹੈ, ਇਸ ਕਿਤਾਬ ਨੂੰ ਢੁਕਵਾਂ ਹੋਏਗਾ ਇਸ ਕਿਤਾਬ ਦੇ ਲਈ। ਜੀ ਉਸ ਨਾਲ ਵਿਸ਼ੇਗਤ ਪੱਖ ਤੋਂ ਕਿਹੜਾ ਸਿਰਲੇਖ ਜਿਹੜਾ ਹੈਗਾ ਉਹ ਉਹਦੇ ਨਾਲ ਨਿਭਦਾ ਹੈਗਾ। ਜੀ ਸੋ ਪਹਿਲੀ ਜਿਹੜੀ ਮੇਰੀ ਕਿਤਾਬ ਹੈਗੀ ਸੀ ਉਹਦੇ ਵਿੱਚ ਖੁੱਲੀ ਕਵਿਤਾ ਵੀ ਸੀ, ਉਹਦੇ ਵਿੱਚ ਗੀਤ ਵੀ ਸਨ, ਉਹਦੇ ਵਿੱਚ ਗਜ਼ਲਾਂ ਵੀ ਸਨ। ਭਾਵੇਂ ਗਜ਼ਲ ਦਾ ਜਿਹੜਾ ਵਿਧਾਨ ਹੈਗਾ ਉਹਦੇ ਤੋਂ ਮੈਂ ਪੂਰੀ ਤਰ੍ਹਾਂ ਵਾਕਫ ਨਹੀਂ ਸੀ ਹੈਗਾ, ਜੀ ਔਰ ਉਸ ਵਕਤ ਮੈਂ ਗਜ਼ਲ ਲਿਖਣੀ ਛੱਡ ਵੀ ਦਿੱਤੀ, ਮੈਥੋਂ ਉਹੋ ਜਿਹੀ ਮਿਹਨਤ ਹੋ ਨਹੀਂ ਸਕੀ। ਜੀ ਉਹਦੇ ਵਿੱਚ ਗੀਤ ਸਨ ਹੂੰ ਤੇ ਕੁਛ ਉਦੋਂ ਪੰਜਾਬ ਦੇ ਹਾਲਾਤ ਜਿਹੜੇ ਹੈਗੇ ਨੇ ਉਹ ਥੋੜ੍ਹੇ ਜਿਹੇ ਬਹੁਤ ਖਰਾਬ ਸਨ, ਉਸ ਨਾਲ ਸੰਬੰਧਿਤ ਉਹਦੇ ਵਿੱਚ ਕਵਿਤਾਵਾਂ ਨੇ। ਪਰ ਉਹ ਜਿਹੜੀ ਸਾਰੀ ਕਵਿਤਾ ਹੈ ਨਾ ਉਸ ਕਿਤਾਬ ਦੇ ਵਿੱਚ, ਉਹ ਨਿਰੋਲ ਖੁੱਲੀ ਨਹੀਂ ਹੈਗੀ। ਜੀ ਸੋ ਗੀਤਾਂ ਦਾ ਪ੍ਰਭਾਵ ਉਹਦੇ ਜ਼ਿਆਦਾ ਹੈਗਾ, ਪਰ ਗੀਤ ਦਾ ਪ੍ਰਭਾਵ ਜ਼ਿਆਦਾ ਹੈਗਾ। ਤੇ ਇਹ ਜਿਹੜੀ ਇੱਕ ਗੀਤ ਅਧੂਰਾ, ਇਹ ਉਹਦੇ ਜੀ ਵਿੱਚ ਇੱਕ ਗੀਤ ਸੀ। ਤੇ ਜਦੋਂ ਅਸੀਂ ਤੇ ਮੈਂ ਇਸ ਗੀਤ ਦੀਆਂ ਚੰਦ ਸਤਰਾਂ ਵੀ ਜੇ ਤੁਸੀਂ ਨਾਲੋਂ ਨਾਲ ਸੁਣਾਉਂਦੇ ਜਾਓ। ਇੱਕ ਗੀਤ ਅਧੂਰਾ ਸਿਰ ਮੇਰੇ ਨਿਤ ਪਾਉਂਦਾ ਏ ਕੋਹਰਾਮ ਜਿਹਾ, ਹਰ ਰੋਜ਼ ਚੜੇ ਹਰ ਸ਼ਾਮ ਟਲੇ ਮੈਨੂੰ ਕਰ ਜਾਂਦਾ ਬੇਰਾਮ ਜਿਹਾ। ਇਸ ਤਰ੍ਹਾਂ ਕਰਕੇ ਉਹ ਗੀਤ ਚੱਲਦਾ ਹੈਗਾ ਸੀ। ਤੇ ਮੈਂ ਥੋੜ੍ਹਾ ਜਿਹਾ ਦੱਸਣਾ ਚਾਹਾਂਗਾ ਕਿ ਜਦੋਂ ਮੈਂ ਟ੍ਰਾਂਸਫਰ ਹੋ ਕੇ ਨਾਭੇ ਗਿਆ ਨਾ, ਤਾਂ ਉੱਥੇ ਗਰਲਸ ਸਕੂਲ ਦੇ ਵਿੱਚ ਆਲਰੇਡੀ ਡਾਕਟਰ ਕੌਂਕੇ ਹੋਰੀ ਕੰਮ ਕਰ ਰਹੇ ਸੀ, ਉਹਨਾਂ ਦੇ ਨਾਲ ਮਿਲਾਪ ਹੋਇਆ। ਜੀ ਉਦੋਂ ਤੱਕ ਮੈਂ 50-60 ਨਜ਼ਮਾਂ, ਗੀਤ, ਗਜ਼ਲਾਂ ਜਿਹੜੀਆਂ ਹੈਗੀਆਂ ਨੇ ਇਹ ਲਿਖ ਚੁੱਕਾ ਸੀ ਜੀ ਤੇ ਉਹਦੀਆਂ ਕਿਤਾਬਾਂ ਆਲਰੇਡੀ ਛਪ ਚੁੱਕੀਆਂ ਸੀ। ਉਹ ਤਾਂ ਐਸਟੈਬਲਿਸ਼ਡ ਇੱਕ ਕਵੀ ਸਨ, ਉਦੋਂ ਮੈਂ ਉਹਨਾਂ ਨੂੰ ਜਾਣਦਾ ਸੀ ਤੇ ਉਹ ਸ਼ਾਇਦ ਮੈਨੂੰ ਨਾ ਜਾਣਦੇ ਹੋਣ। ਜੀ ਤਾਂ ਉਹਨਾਂ ਦੇ ਨਾਲ ਜਦੋਂ ਮੁਲਾਕਾਤ ਹੋਈ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਕਿੰਨਾ ਕੁ ਮੈਟਰ ਹੈਗਾ। ਮੈਂ ਦੱਸਿਆ ਤੇ ਫਿਰ ਉਹਨਾਂ ਨੇ ਵੇਖਿਆ ਵਿਚਾਰਿਆ ਕਿ ਉਹ ਕਹਿੰਦੇ ਵੀ ਇਹਦੀ ਕਿਤਾਬ ਛਪ ਸਕਦੀ ਜੇ ਤੁਹਾਡੀ ਮਰਜ਼ੀ ਹੋਵੇ। ਤਾਂ ਫਿਰ ਉਹ ਡਾਕਟਰ ਕੌਂਕੇ ਹੋਰਾਂ ਨੇ ਉਹ ਕਿਤਾਬ ਜਿਹੜੀ ਸੀ ਉਹ ਮੇਰੀ ਪਹਿਲੀ ਛਾਪੀ। ਤੇ ਜੀ ਇਸ ਤਰ੍ਹਾਂ ਫਿਰ ਥੋੜ੍ਹਾ ਜਿਹਾ ਮੇਰਾ ਉਤਸ਼ਾਹ ਹੋਰ ਬਣ ਗਿਆ। ਇਸ ਤੋਂ ਬਾਅਦ ਉਸੇ ਸ਼ਹਿਰ ਦੇ ਵਿੱਚ ਦਰਸ਼ਨ ਬੁੱਟਰ ਰਹਿੰਦੇ ਸਨ, ਜੀ ਜੈਨਿੰਦਰ ਚੌਹਾਨ ਸਨ। ਤੇ ਉੱਥੇ ਜਿਹੜਾ ਸਾਹਿਤਕ ਮਾਹੌਲ ਵੀ ਅੱਛਾ ਸੀ ਉਸ ਨਾਭਾ ਸਕੂਲ ਦੇ ਵਿੱਚ ਵੀ, ਔਰ ਸਮੁੱਚੇ ਨਾਭੇ ਦੇ ਵਿੱਚ। ਜੀ ਤੇ ਪਟਿਆਲੇ ਦੇ ਵਿੱਚ ਤਾਂ ਹੈ ਹੀ ਸੀ। ਪਰ ਇਸ ਤਰ੍ਹਾਂ ਮੇਰੀ ਦੂਸਰੀ ਕਿਤਾਬ ਜਿਹੜੀ ਹੈਗੀ ਹੈ ਉਹ ਕੋਮਲ ਸਿੰਘ ਆਖਦਾ ਹੈ, ਉਹ ਵੀ ਇੱਥੇ ਤਿਆਰ ਹੋ ਗਈ। ਕੋਮਲ ਸਿੰਘ ਆਖਦਾ ਹੈ ਬੜੀ ਖੂਬਸੂਰਤ ਕਵਿਤਾ ਔਰ ਬੜੀ ਪਪੂਲਰ ਹੋਈ ਕਵਿਤਾ ਹੈਗੀ ਹੈ। ਮੈਂ ਚਾਹੂੰਗਾ ਕਿ ਤੁਹਾਡੇ ਮੁਖਾਰਬਿੰਦ ਤੋਂ ਉਹ ਸਾਡੇ ਸਰੋਤੇ ਜਿਹੜੇ ਜ਼ਰੂਰ
ਸੁਣ ਜਿੰਨੀ ਤੁਸੀਂ ਸੁਣਾਉਂਦੇ ਹੋ। ਉਹ ਡਾਕਟਰ ਸਾਹਿਬ ਇੱਦਾਂ ਕਿ ਕਵਿਤਾ ਨਾ ਮੈਨੂੰ ਜਾਂ ਤਾਂ ਬਹੁਤ ਅੰਤਰੀਵੀ ਖੁਸ਼ੀ ਹੋਵੇ, ਜਦੋਂ ਮੈਂ ਬਹੁਤ ਖੁਸ਼ ਹੋਵਾਂ, ਤੇ ਜਾਂ ਮੈਂ ਕਿਸੇ ਤਲਖੀ ਦਾ ਸ਼ਿਕਾਰ ਹੋ ਜਾਂ, ਉਦੋਂ ਮੈਨੂੰ ਕਵਿਤਾ ਜਿਹੜੀ ਹੈਗੀ ਨਾ ਉਹ ਜ਼ਿਆਦਾ ਮੇਰੇ ਕੋਲ ਆਉਂਦੀ ਹੈਗੀ। ਜੀ ਜੀ। ਸਧਾਰਨ ਅਵਸਥਾ ਵਿੱਚ ਕਵਿਤਾ ਨਹੀਂ ਆਉਂਦੀ। ਅਸਧਾਰਨ ਸਥਿਤੀਆਂ ਉਪਜਦੀਆਂ ਨੇ ਤਾਂ ਕਵਿਤਾ ਵੀ ਕਵਿਤਾ ਦੀ ਜਿਹੜੀ ਆਮਦ ਫਿਰ ਹੁੰਦੀ ਹੈ। ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ। ਹਾਂ, ਉਹ ਕਵਿਤਾ ਵੀ ਮੈਂ ਲੱਗਦਾ ਕਿ ਇਸ ਤਰ੍ਹਾਂ ਹੀ ਕਿਤੇ ਪੈਦਾ ਹੋ ਗਈ। ਇੱਕ ਗੱਲ ਮੈਂ ਹੋਰ ਸ਼ਾਮਲ ਕਰ ਦਿਆਂ ਕਿ ਕਵੀ ਕਦੇ ਵੀ ਸਧਾਰਨ ਵਿਅਕਤੀ ਨਹੀਂ ਹੁੰਦਾ, ਜਾਂ ਇਹ ਕਹਿ ਲਓ ਵੀ ਸਧਾਰਨ ਵਿਅਕਤੀ ਕਵੀ ਬਣ ਹੀ ਨਹੀਂ ਸਕਦਾ। ਕਵੀ ਤਾਂ ਆਪਣੇ ਆਪ ਦੀ ਇੱਕ ਖਾਸ ਕਿਸਮ ਦਾ ਵਿਅਕਤੀ ਹੀ ਜਿਹੜਾ ਹੈ ਉਹ ਕਵੀ ਬਣ ਸਕਦਾ ਹੈ। ਕਵੀ ਜਿਹੜਾ ਹੈ ਉਹ ਇੰਨਾ ਸੰਵੇਦਨਸ਼ੀਲ ਹੁੰਦਾ ਹੈ ਕਿ ਉਹ ਨਿੱਕੀ ਨਿੱਕੀ ਚੀਜ਼ ਨੂੰ, ਨਿੱਕੇ ਨਿੱਕੇ ਨੁਕਤੇ ਨੂੰ ਉਹ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਦਾ। ਤਾਂ ਤੁਸੀਂ ਕੋਮਲ ਸਿੰਘ ਆਖਦਾ ਹੈ ਜਿਹੜੀ ਕਵਿਤਾ ਹੈ ਉਹਦੇ ਵਿੱਚ ਕੀ ਕਹਿਣ ਦੀ ਕੋਸ਼ਿਸ਼ ਕੀਤੀ ਹੈ, ਉਹ ਜਰਾ ਸਾਡੇ ਸਰੋਤਿਆਂ ਨੂੰ ਜ਼ਰੂਰ ਦੱਸੋ। ਹਾਂ, ਮੈਂ ਉਹਦੀਆਂ ਕੁਝ ਲਾਈਨਾਂ ਜਿਹੜੀਆਂ ਹੈਗੀਆਂ ਨੇ ਪਹਿਲੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਤਾ। ਹਾਂਜੀ। ਜਿਵੇਂ ਮੈਂ ਕਿਹਾ ਨਾ ਕਿ ਕਈ ਵਾਰੀ ਜੋ ਮੈਂ ਤਲਖੀ ਦਾ ਸ਼ਿਕਾਰ ਹੋਣਾ ਤੇ ਉਦੋਂ ਵੀ ਕਵਿਤਾ ਜਿਹੜੀ ਬੜੀ ਤਿੱਖੀ ਨਿਕਲਦੀ ਹੈ, ਤੇ ਜਦੋਂ ਬਹੁਤ ਖੁਸ਼ੀ ਵਿੱਚ ਹੁੰਦੇ ਆ ਉਦੋਂ ਮਤਲਬ ਗੀਤ ਜਿਹੜੇ ਹੈਗੇ ਨੇ ਮਿੱਠੇ, ਕੁਦਰਤ ਨਾਲ ਸੰਬੰਧਿਤ, ਉਹ ਜਨਮ ਲੈ ਲੈਂਦੇ ਨੇ। ਸੋ ਉਹ ਕਵਿਤਾ ਸੀ ਕਿ ਕੋਮਲ ਸਿੰਘ ਆਖਦਾ ਹੈ, ਮੈਂ ਜੰਗਲ ਦੇ ਸ਼ੇਰ ਤੋਂ ਨਹੀਂ, ਨਗਰ ਦੇ ਆਵਾਰਾ ਕੁੱਤਿਆਂ ਤੋਂ ਬਹੁਤ ਡਰਦਾ ਹਾਂ। ਜੰਗਲ ਵਿੱਚ ਸ਼ੇਰ ਦੇ ਪੰਜੇ ਦਾ ਸ਼ਿਕਾਰ ਹੋ ਜਾਣਾ ਬਹੁਤ ਸਨਮਾਨ ਵਾਲੀ ਗੱਲ ਹੈ। ਨਗਰ ਵਿੱਚ ਕੁੱਤਿਆਂ ਦੀਆਂ ਭੱਦੀਆਂ ਨਿਉਂਦਰਾਂ ਹੱਥੋਂ ਜ਼ਖਮੀ ਹੋ ਜਾਣਾ ਅਪਮਾਨ ਭਰਾ ਹਾਦਸਾ ਹੈ। ਕੋਮਲ ਸਿੰਘ ਆਖਦਾ ਹੈ, ਮੈਂ ਜੰਗਲ ਦੇ ਸ਼ੇਰ ਤੋਂ ਨਹੀਂ, ਨਗਰ ਦੇ ਆਵਾਰਾ ਕੁੱਤਿਆਂ ਤੋਂ ਬਹੁਤ ਡਰਦਾ। ਵਾਹ, ਇਹ ਇੱਕ ਕਵਿਤਾ ਹੀ ਨਹੀਂ ਹੈ ਬਲਕਿ ਬੜੇ ਖੂਬਸੂਰਤ ਡਾਇਲੌਗ ਨੇ, ਜਿਵੇਂ ਕਿਸੇ ਪ੍ਰਸਿੱਧ ਫਿਲਮ ਦੇ ਡਾਇਲੌਗ ਹੋਣ। ਤੇ ਬੜੇ ਖੂਬਸੂਰਤ ਅੰਦਾਜ਼ 'ਚ ਤੁਸੀਂ ਇਹ ਕਵਿਤਾ ਲਿਖੀ ਹੈ, ਔਰ ਇਹ ਕਵਿਤਾ ਬਹੁਤ ਸਾਰੀਆਂ ਸਟੇਜਾਂ ਦੇ ਉੱਪਰ ਵਿਦਿਆਰਥੀਆਂ ਵੱਲੋਂ ਬੋਲੀ ਵੀ ਜਾਂਦੀ ਦੇਖੀ ਜਾ ਸਕਦੀ ਹੈ। ਤੀਜੀ ਪੁਸਤਕ ਹੈ ਤੁਹਾਡੀ ਘਾੜਤ। ਜੀ ਸਰ। ਉਸ ਦੇ ਸਬਬ ਬਾਰੇ ਸਾਨੂੰ ਜ਼ਰੂਰ ਦੱਸੋ। ਜਦੋਂ ਘਾੜਤ ਦੀਆਂ ਰਚਨਾਵਾਂ ਮੈਂ ਕਰ ਰਿਹਾ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਮੈਂ ਨਾਲੋਂ ਨਾਲ ਗੁਰਬਾਣੀ ਦਾ ਅਧਿਐਨ ਕਰ ਰਿਹਾ ਸੀ ਜੀ। ਗੁਰਬਾਣੀ ਦੀ ਮੈਂ ਗ੍ਰਾਮਰ ਪੜ੍ਹੀ, ਗੁਰਬਾਣੀ ਨੂੰ ਜਾਣਿਆ, ਤੇ ਉਸ ਵਿੱਚ ਕੁਛ ਜਿਹੜੇ ਇੱਦਾਂ ਦੇ ਗੁਰਮਤ ਪ੍ਰਭਾਵ ਹੈਗੇ ਨੇ ਉਹ ਵੀ ਆ ਗਏ ਨੇ, ਤੇ ਨਾਲ ਦੀ ਨਾਲ ਉਹਦੇ ਵਿੱਚ ਕੁਛ ਜਿਹੜੇ ਹਿਸਟੋਰੀਕਲ ਸਾਡੇ ਪਾਤਰ ਹੈਗੇ ਨੇ, ਗੁਰੂ ਸਾਹਿਬਾਨ ਹੋ ਗਏ, ਖਾਸ ਕਰ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਭਾਈ ਮਨੀ ਸਿੰਘ। ਸੋ ਇਹਨਾਂ ਨਾਲ ਸੰਬੰਧਿਤ ਵੀ ਜਿਹੜੀਆਂ ਹੈਗੀਆਂ ਰਚਨਾਵਾਂ ਉਹਦੇ ਵਿੱਚ ਸ਼ਾਮਲ ਨੇ। ਕੁਦਰਤ ਨਾਲ ਸੰਬੰਧਿਤ ਰਚਨਾਵਾਂ ਹੈਗੀਆਂ ਨੇ, ਉਹਦੇ ਵਿੱਚ ਕੁਝ ਗੀਤ ਵੀ ਸ਼ਾਮਲ ਨੇ, ਗਜ਼ਲ ਉਹਦੇ ਵਿੱਚ ਹੈ ਨਹੀਂ ਜੀ। ਤਾਂ ਇਸ ਤਰ੍ਹਾਂ ਕਿ ਘਾੜਤ ਇੱਕ ਨਜ਼ਮ ਸੀ ਉਹਦੇ ਵਿੱਚ, ਤੇ ਜਿਸ ਕੰਪਿਊਟਰ ਵਾਲੇ ਸਰਦਾਰ ਜੀ ਕੋਲ ਮੈਂ ਆਪਣਾ ਕੰਮ ਕਰਵਾ ਰਿਹਾ ਸੀ ਨਾ, ਤਾਂ ਉੱਥੇ ਇੱਕ ਕੈਲੰਡਰ ਲਟਕਿਆ ਪਿਆ ਸੀ। ਅੱਛਾ। ਤਾਂ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਕਿਤਾਬ ਦਾ ਟਾਈਟਲ ਹੈਗਾ ਹੈ ਉਹਦੇ ਵਿੱਚ ਇੱਕ ਜਿਹੜਾ ਸ਼ਖਸ ਹੈਗਾ ਹੈ ਉਹ ਆਪਣੇ ਆਪ ਨੂੰ ਤਰਾਸ਼ ਰਿਹਾ, ਇੱਕ ਪੱਥਰ ਦੀ ਲੱਕੜ ਦੀ ਮਤਲਬ ਗੇਲੀ ਹੈਗੀ ਤੇ ਉਹਦੇ ਵਿੱਚੋਂ ਆਪਣਾ ਆਪ ਜਿਹੜਾ ਹੈਗਾ ਤਰਾਸ਼ ਕੇ ਤੇ ਉਹ ਸਰਜੀਤ ਹੋ ਰਿਹਾ ਜੀ। ਇਸੇ ਤਰ੍ਹਾਂ ਹੀ ਉਹ ਨਜ਼ਮ ਸੀ, ਤੇ ਇਹ ਇਤਫਾਕ ਜੁੜ ਜਾਂਦੇ ਨੇ ਕਈ ਵਾਰੀ। ਉਹ ਜਿਹੜਾ ਨਜ਼ਮ ਸੀ ਉਹਦੇ ਦਾ ਮੇਲ ਜਿਹੜਾ ਹੈਗਾ ਉਸ ਨਾਲ ਬਿਲਕੁਲ ਹੋ ਰਿਹਾ ਸੀ, ਤੇ ਮੈਂ ਉਸ ਕਿਤਾਬ ਦਾ ਜਿਹੜਾ ਨਾਮ ਹੈਗਾ ਉਹ ਘਾੜਤ ਰੱਖ ਲਿਆ ਜੀ। ਤੇ ਉਸ ਵਿੱਚ ਕਾਫੀ ਰਚਨਾਵਾਂ ਇੱਦਾਂ ਦੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ, ਤੇ ਮੈਂ ਜੇ ਕਹਾਂਗਾ ਮੇਰੀ ਮਨਪਸੰਦ ਕਿਤਾਬ ਕਿਹੜੀ ਹੈ ਤਾਂ ਮੈਨੂੰ ਘਾੜਤ ਲੱਗਦੀ ਹੈ। ਵਾਹ, ਬਹੁਤ ਅੱਛਾ। ਤੇ ਤੁਸੀਂ ਜਿਵੇਂ ਕਿਹਾ ਕਿ ਗੁਰਬਾਣੀ ਦਾ ਅਧਿਐਨ ਤੁਸੀਂ ਕਰ ਰਹੇ ਸੀ ਜਦੋਂ ਘਾੜਤ ਪੁਸਤਕ ਦੀ ਸਿਰਜਣਾ ਹੋਈ, ਤੇ ਉਹ ਗੁਰਬਾਣੀ ਦਾ ਅਸਰ ਤੁਹਾਡੀ ਅਗਲੀ ਪੁਸਤਕ ਤੇ ਚਲਾ ਜਾਂਦਾ, ਉਸਦੇ ਟਾਈਟਲ ਤੇ ਚਲਾ ਜਾਂਦਾ, ਮੈਂ ਵੀ ਆਦ ਜੁਗਾਦ। ਹਾਂਜੀ ਹਾਂਜੀ। ਤੇ ਆਦ ਜੁਗਾਦ ਤੋਂ ਬਾਅਦ ਫਿਰ ਤੁਸੀਂ ਮਧੂਕਰੀ ਤੇ ਅੱਪੜਦੇ ਹੋ। ਹਾਂਜੀ। ਮਧੂਕਰੀ ਦਾ ਸਿਰਲੇਖ ਤੁਹਾਡੇ ਦਿਮਾਗ 'ਚ ਕਿਸ ਤਰ੍ਹਾਂ ਆਉਂਦਾ? ਇਹ ਕਿਤਾਬ ਇਸੇ ਵਰੇ ਫਰਵਰੀ ਦੇ ਵਿੱਚ ਸਾਹਮਣੇ ਆਈ ਹੈ ਜੀ। ਮੈਂ ਸਮਝਦਾ ਕਿ ਇਸ ਕਿਤਾਬ ਦੇ ਵਿੱਚ ਨਾ ਵੱਖਰੇ ਵੱਖਰੇ ਵਿਸ਼ਿਆਂ ਨਾਲ ਸੰਬੰਧਿਤ ਜਿਹੜੀ ਕਵਿਤਾ ਹੈਗੀ ਹੈ ਉਹ ਹੈ।
ਨਾ ਤਾਂ ਉਹਦੇ ਵਿੱਚ ਰੂਪਕ ਪੱਖ ਤੋਂ ਇੱਕ ਰੂਪਤਾ ਹੈਗੀ ਹੈ ਤੇ ਨਾ ਹੀ ਵਿਸ਼ੇਗਤ ਪੱਖ ਤੋਂ ਇੱਕ ਵਿਸ਼ਾ। ਸੋ ਉਹਦੇ ਵਿੱਚ ਸਮਾਜਿਕ ਮੁੱਦਿਆਂ ਨਾਲ ਸੰਬੰਧਿਤ ਵੀ ਕਵਿਤਾ ਹੈਗੀ ਹੈ, ਉਹਦੇ ਵਿੱਚ ਕੁਦਰਤ ਨਾਲ ਸੰਬੰਧਿਤ ਵੀ ਕਵਿਤਾ ਹੈਗੀ ਹੈ, ਉਹਦੇ ਵਿੱਚ ਬੰਦੇ ਦੀ ਮਾਨਸਿਕਤਾ ਨਾਲ ਸੰਬੰਧਿਤ ਵੀ ਕਵਿਤਾ ਹੈਗੀ ਹੈ। ਇਹ ਕਿਤਾਬ ਜਦੋਂ ਇਸ ਨੂੰ ਅਸੀਂ ਆਖਰੀ ਰੂਪ ਦੇਣ ਲੱਗੇ ਤਾਂ ਮੇਰੇ ਮਨ ਦੇ ਵਿੱਚ ਆਇਆ ਕਿ ਇਹਦੇ ਵਿੱਚ ਬਹੁਤ ਸਾਰੇ ਵਿਸ਼ੇ ਹੈਗੇ ਨੇ, ਬਹੁਤ ਸਾਰੇ ਰੂਪ ਹੈਗੇ ਨੇ। ਤਾਂ ਜਿਵੇਂ ਨਾ ਐਕਸਟਰਾਈ ਕਰ ਜਾਂਦੀ ਗੱਲ ਕਿ ਜਿਸ ਤਰ੍ਹਾਂ ਮਧੂ ਮੱਖੀ ਜਿਹੜੀ ਹੁੰਦੀ ਹੈ, ਮਧੂਕਰੀ ਹੈ ਕਿ ਮਧੂ ਇਕੱਠਾ ਕਰਨਾ ਮੱਖੀ ਦੁਆਰਾ, ਹਾਂਜੀ ਹਾਂਜੀ, ਜਾਂ ਭਿਕਸ਼ੂ ਦੁਆਰਾ ਕੋਈ ਗਜ਼ਾ ਇਕੱਠੀ ਕਰਨੀ, ਤਰ੍ਹਾਂ ਤਰ੍ਹਾਂ ਦਾ ਅਨਾਜ ਇਕੱਠਾ ਕਰਨਾ। ਜਿਵੇਂ ਕਬੀਰ ਜੀ ਕਹਿੰਦੇ ਨਾ, ਕਬੀਰ ਭਲੀ ਮਧੂਕਰੀ ਨਾਨਾ ਬਿਦ ਕਾ ਨਾਜ, ਦਾਵਾ ਕੋ ਕਾ ਨਹੀਂ ਬੜਾ ਦੇਸ ਬੜ ਰਾਜ। ਸੋ ਮੇਰੇ ਮਨ ਦੇ ਵਿੱਚ ਵੀ ਇਹ ਸੰਕਲਪ ਆਇਆ ਕਿ ਇਸ ਕਿਤਾਬ ਦਾ ਜਿਹੜਾ ਨਾਂ ਹੈਗਾ ਮਧੂਕਰੀ ਠੀਕ ਰਹੇਗਾ। ਜਿਸ ਤਰ੍ਹਾਂ ਮਧੂ ਮੱਖੀਆਂ ਨੇ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਤੋਂ, ਫਸਲਾਂ ਤੋਂ ਰਸ ਇਕੱਠਾ ਕਰਕੇ ਉਸ ਨੂੰ ਆਪਣੇ ਰਸਾਇਣ ਦੀ ਚਾਸ਼ਨੀ ਦੇ ਵਿੱਚ ਡੁਬੋ ਕੇ ਸ਼ਹਿਦ ਇਕੱਤਰ ਕਰਦੀਆਂ ਨੇ, ਕਵੀ ਜਿਹੜਾ ਹੈ ਉਹ ਵੀ ਲਗਭਗ ਇਸ ਤਰ੍ਹਾਂ ਹੀ ਕਰਦਾ ਹੈ। ਖਾਸ ਕਰ ਮੈਂ ਜੇ ਆਪਣੇ ਸੰਦਰਭ ਦੇ ਵਿੱਚ ਗੱਲ ਕਵਾਂ ਤੇ ਮੈਂ ਤਾਂ ਲਗਭਗ ਇੱਦਾਂ ਹੀ ਕਰਦਾ ਹੈਗਾ। ਜੀ ਜੀ, ਸੰਧੂ ਸਾਹਿਬ ਇੱਕ ਮੈਨੂੰ ਦੱਸੋ ਤੁਸੀਂ ਕਿ ਭਾਈ ਵੀਰ ਸਿੰਘ ਤੋਂ ਜਿਹੜੀ ਆਪਾਂ ਆਧੁਨਿਕ ਪੰਜਾਬੀ ਕਵਿਤਾ ਦਾ ਮੁੱਢ ਜਿਹੜਾ ਮੰਨ ਲੈਂਦੇ ਹਾਂ, ਭਾਈ ਵੀਰ ਸਿੰਘ ਤੋਂ ਲੈ ਕੇ ਹੁਣ ਤੱਕ ਦੀ ਜਿਹੜੀ ਪੰਜਾਬੀ ਕਵਿਤਾ ਹੈ ਉਸ ਦੇ ਵਿੱਚ ਕਿਸ ਤਰ੍ਹਾਂ ਦਾ ਵਿਕਾਸ ਤੁਸੀਂ ਦੇਖਦੇ ਹੋ ਜਾਂ ਕਿਸ ਤਰ੍ਹਾਂ ਦਾ ਨਿਘਾਰ ਤੁਸੀਂ ਦੇਖਦੇ ਹੋ? ਦੇਖੋ, ਜਿਹੜੀ ਪੰਜਾਬੀ ਕਵਿਤਾ ਹੈ ਇਹਦਾ ਜਿਹੜਾ ਇਤਿਹਾਸਿਕ ਪਿਛੋਕੜ ਹੈ ਜੀ ਜਾਂ ਵਿਰਾਸਤ ਹੈ ਬੜੀ ਅਮੀਰ ਹੈ। ਬਿਲਕੁਲ, ਜੇ ਤੁਸੀਂ ਮੱਧ ਕਾਲ ਦੇ ਵਿੱਚ ਪਹੁੰਚੋ ਤੇ ਉੱਥੇ ਜਿਹੜਾ ਗੁਰੂ ਕਾਵ ਹੈ, ਬਿਲਕੁਲ, ਜਾਂ ਉਸ ਤੋਂ ਬਾਅਦ ਉਸ ਦੇ ਨਾਲ ਹੀ ਜਿਹੜਾ ਸੂਫੀ ਕਾਵ ਹੈ, ਸੂਫੀ ਕਾਵ ਹੈ, ਕਿੱਸਾ ਕਾਵ ਹੈ ਸਾਰਾ, ਉਸ ਤੋਂ ਬਾਅਦ ਕਿੱਸਾ ਕਾਵ ਆਉਂਦਾ ਹੈ, ਵੀਰ ਕਾਵ ਆਉਂਦਾ ਹੈ। ਬੜੀ ਇੱਕ ਅਮੀਰ ਪਰੰਪਰਾ ਹੈਗੀ ਹੈ ਪੰਜਾਬੀ ਕਵਿਤਾ ਦੀ, ਔਰ ਉਸ ਨੂੰ ਅਸੀਂ ਸੰਸਾਰ ਪੱਧਰ ਦੀ ਜਿਹੜੀ ਕਵਿਤਾ ਹੈਗੀ, ਬ੍ਰਹਿਮੰਡੀ ਚੇਤਨਾ ਵਾਲੀ ਕਵਿਤਾ ਜਿਹੜੀ ਹੈਗੀ ਉਹ ਸਵੀਕਾਰ ਕਰ ਸਕਦੇ ਹਾਂ ਜੀ। 20ਵੀਂ ਸਦੀ ਦੇ ਵਿੱਚ ਆਧੁਨਿਕ ਕਵਿਤਾ ਦਾ ਆਰੰਭ ਹੁੰਦਾ ਹੈ, ਜਿਸ ਦੇ ਮੋਢੀ ਅਸੀਂ ਭਾਈ ਵੀਰ ਸਿੰਘ ਨੂੰ ਕਹਿੰਦੇ ਹਾਂ। ਉਹਨਾਂ ਦੀ ਕਵਿਤਾ ਦੇ ਉੱਤੇ ਵੀ ਲਗਭਗ ਜਿਹੜਾ ਗੁਰਮਤਿ ਪ੍ਰਭਾਵ ਹੈਗਾ ਉਹ ਜ਼ਿਆਦਾ ਹੈ। ਬਿਲਕੁਲ ਬਿਲਕੁਲ, ਉਹਨਾਂ ਦੀ ਕਵਿਤਾ ਜਿਹੜੀ ਸਾਰੀ ਹੈਗੀ ਹੈ ਉਹ ਮਤਲਬ ਛੰਦਾਬੰਦੀ ਵਾਲੀ ਹੈਗੀ ਹੈ, ਤੋਲ ਆਦ ਦੇ ਵਿੱਚ ਪੂਰਾ ਉਤਰਦੀ ਹੈ। ਪਰ ਇਹਨਾਂ ਹੀ ਸਮਿਆਂ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਆਉਂਦੇ ਨੇ। ਉਹਨਾਂ ਨੇ ਜਿਹੜਾ ਸੈਲਾਨੀ ਛੰਦ ਹੈਗਾ ਸੀ ਉਹ ਲੈ ਕੇ ਆਂਦਾ, ਖੁੱਲੀ ਕਵਿਤਾ ਦੀ ਸ਼ੁਰੂਆਤ ਹੁੰਦੀ। ਫਿਰ ਦੀਵਾਨ ਸਿੰਘ ਕਾਲੇ ਪਾਣੀ ਆਉਂਦੇ ਨੇ, ਪ੍ਰੋਫੈਸਰ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਤੇ ਧਨੀ ਰਾਮ ਚਾਤਰਕ, ਕਿਰਪਾ ਸਾਗਰ, ਇਸੇ ਤਰ੍ਹਾਂ ਹੋਰ ਬਹੁਤ ਸਾਰੇ ਸਟੇਜੀ ਕਵੀ, ਸ਼ਿਵ ਕੁਮਾਰ ਬਟਾਲਵੀ, ਮੀਸ਼ਾ ਸਾਹਿਬ। ਉਸ ਉਪਰੰਤ ਜਿਹੜਾ 20ਵੀਂ ਸਦੀ ਦੇ ਅਗਲੇ ਜਿਹੜੇ ਅੱਧ ਹੈਗਾ ਉੱਥੇ ਸਰਜੀਤ ਪਾਤਰ ਆਉਂਦੇ ਨੇ, ਪਾਸ਼ ਆਉਂਦਾ। ਹਾਂ, ਪੰਜਾਬੀ ਕਵਿਤਾ ਦੇ ਵਿੱਚ 20ਵੀਂ ਸਦੀ ਦੇ ਵਿੱਚ ਬੜੀ ਜਿਹੜੀ ਇੱਕ ਹੈਗੀ ਡਾਇਵਰਸਿਟੀ ਜਿਹੜੀ ਹੈਗੀ ਹੈ, ਉਹ ਵਿਭਿੰਨਤਾ ਜਿਹੜੀ ਹੈਗੀ ਹੈ ਉਹ ਵੇਖਣ ਵਿੱਚ ਮਿਲਦੀ ਹੈ। ਬੜੀਆਂ ਦੇ ਵਿੱਚ ਤੁਸੀਂ ਤਾਂ ਖੈਰ ਆਲੋਚਕ ਹੋ, ਡਾਕਟਰ ਹੋ ਸਾਹਿਤ ਦੇ, ਤੁਸੀਂ ਦੇਖਿਆ ਹੋਣਾ ਕਿ ਕਿੰਨੀਆਂ ਧਾਰਾਵਾਂ ਜਿਹੜੀਆਂ ਹੈਗੀਆਂ, ਕਦੇ ਪ੍ਰਗਤੀਵਾਦ, ਕਦੇ ਪ੍ਰਯੋਗਵਾਦ, ਕਿਤੇ ਅਦਵੈਤਵਾਦ, ਕਿਤੇ ਕੁਛ ਪਰਮਾਸਵਾਦ, ਇਸ ਤਰ੍ਹਾਂ। ਪਰ ਤੁਸੀਂ ਕਵੀ ਹੋ ਤੇ ਸਮਕਾਲੀ ਕਵਿਤਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਸ ਕਿਸਮ ਦੀ ਕਵਿਤਾ ਜਿਹੜੀ ਹੈ ਉਹ ਸਮਕਾਲ ਦੇ ਵਿੱਚ ਰਚੀ ਜਾ ਰਹੀ ਹੈ? ਸਮਕਾਲੀ ਕਵਿਤਾ ਦੇ ਸੰਦਰਭ ਦੇ ਵਿੱਚ ਮੈਂ ਕਹਾਂ ਕਿ ਬੜੀ ਕਿਸਮ ਦੀ ਕਵਿਤਾ ਰਚੀ ਜਾ ਰਹੀ ਹੈ। ਇਹਦੇ ਵਿੱਚ ਬਹੁਤ ਵਧੀਆ ਕਵਿਤਾ ਵੀ ਰਚੀ ਜਾ ਰਹੀ ਹੈ, ਜਿਹਦਾ ਅਸੀਂ ਜਿਹੜਾ ਪੱਧਰ ਹੈਗਾ ਉਹ ਵਿਸ਼ਵ ਪੱਧਰ ਤੇ ਰੱਖ ਸਕਦੇ ਹਾਂ ਜੀ। ਤੇ ਜੇ ਮੇਰੀ ਗੱਲ ਕੌੜੀ ਨਾ ਲੱਗੇ ਤਾਂ ਬੜੀ ਹੇਠਲੇ ਪੱਧਰ ਦੀ ਜਿਹੜੀ ਕਵਿਤਾ ਹੈਗੀ ਉਹ ਵੀ ਰਚੀ ਜਾ ਰਹੀ। ਖਾਸ ਕਰ ਜਿਹੜਾ ਇਲੈਕਟ੍ਰੋਨਿਕ ਮੀਡੀਆ ਹੈਗਾ ਉਹਦੇ ਬੇਸ ਤੇ ਬਹੁਤ ਸਾਰੀ ਫੇਸਬੁੱਕ ਤੇ ਜਿਹੜੀ ਘਟੀਆ ਕਵਿਤਾ ਹੈਗੀ ਹੈ ਉਹ ਵੀ ਰਚੀ ਜਾ ਰਹੀ ਹੈ। ਸੋ ਸੰਧੂ ਸਾਹਿਬ, ਘਟੀਆ ਤਾਂ ਲਿਖੀ ਜਾ ਹੀ ਰਹੀ ਹੈ, ਉਹਦੇ ਨਾਲ ਪੰਜਾਬੀ ਸ਼ਬਦ ਜੋੜਾਂ ਦਾ ਘਾਣ ਜਿਹੜਾ ਹੈ ਉਸ ਤੋਂ ਵੀ ਜ਼ਿਆਦਾ ਘਾਤਕ ਸਥਿਤੀ ਜਿਹੜੀ ਹੈ ਉਹ ਪੈਦਾ ਕਰ ਰਿਹਾ ਕਿ ਸ਼ਬਦ ਜੋੜ ਇੰਨੇ ਗਲਤ ਲਿਖੇ ਜਾ ਰਹੇ ਨੇ, ਉਹਦੇ ਨਾਲ ਪੰਜਾਬੀ ਭਾਸ਼ਾ ਦਾ ਮੂਲ ਜਿਹੜਾ ਹੈ ਉਹਦੇ ਚਿਹਰੇ ਦੇ ਉੱਤੇ ਬੜਾ ਮਾੜਾ ਅਸਰ ਪੈਂਦਾ।
ਜੀ ਜੀ ਬਿਲਕੁਲ ਠੀਕ ਤੁਹਾਡੀ ਗੱਲ ਕਹਿ ਰਹੀ ਹੈ ਕਿ ਅਸੀਂ ਭਾਸ਼ਾ ਦੇ ਪ੍ਰਤੀ ਅਸੀਂ ਬਹੁਤੇ ਸੁਚੇਤ ਨਹੀਂ ਹੈਗੇ। ਕਈ ਵਾਰੀ ਮੈਥੋਂ ਵੀ ਇੱਦਾਂ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਕਿ ਅਸੀਂ ਮਤਲਬ ਕਿਸੇ ਸ਼ਬਦ ਦੇ ਨਾਲ ਬਹੁਤ ਪਿਆਰ ਹੋ ਗਿਆ, ਉਹਨੇ ਤੁਹਾਨੂੰ ਅਟਰੈਕਟ ਕੀਤਾ ਤੇ ਉਸ ਨੂੰ ਤੁਸੀਂ ਆਪਣੀ ਕਵਿਤਾ ਦੇ ਵਿੱਚ ਲੈ ਆਂਦਾ ਪ੍ਰਭਾਵ ਪਾਉਣ ਦੇ ਲਈ, ਪਰ ਉਸ ਸ਼ਬਦ ਦੀ ਉੱਥੇ ਥਾਂ ਨਹੀਂ ਬਣਦੀ ਹੁੰਦੀ। ਸੋ ਇੱਦਾਂ ਦੀਆਂ ਜਿਹੜੀਆਂ ਗਲਤੀਆਂ ਹੈਗੀਆਂ ਨੇ ਉਹ ਹੋ ਜਾਂਦੀਆਂ ਨੇ। ਤੇ ਜਿਹੜਾ ਕਵਿਤਾ ਦਾ ਅਜੋਕੇ ਸਮਿਆਂ ਦੇ ਵਿੱਚ ਜਿਹੜਾ ਇੱਕ ਨੁਕਸਾਨ ਹੋਇਆ ਹੈ ਨਾ, ਉਹਦੇ ਸੰਦਰਭ ਦੇ ਵਿੱਚ ਮੈਂ ਕਹਾਂਗਾ ਕਿ ਖੁੱਲੀ ਕਵਿਤਾ ਦੇ ਨਾਂ ਤੇ ਇੰਨਾ ਖਿਲਵਾੜ ਕੀਤਾ ਜਾ ਰਿਹਾ ਕਿ ਜਿਹੜੀ ਬੋਧ ਹੈਗੀ ਹੈ ਜੀ, ਉਹ ਵਾਰਤਕ ਹੈਗੀ ਹੈ, ਉਸ ਨੂੰ ਹੀ ਉਹਦੀਆਂ ਲਾਈਨਾਂ ਤੋੜ ਕੇ ਤੇ ਕਵਿਤਾ ਬਣਾ ਦਿੱਤੀ ਜਾਂਦੀ ਹੈ। ਜਦੋਂ ਕਿ ਜਿਹੜੀ ਕਵਿਤਾ ਹੁੰਦੀ ਨੇ ਉਹਦੀ ਰੂਹ ਥੋੜ੍ਹੀ ਜਿਹੀ ਹੋਰ ਤਰ੍ਹਾਂ ਹੁੰਦੀ, ਭਾਵੇਂ ਉਹ ਛੰਦਬੱਧ ਹੋਵੇ ਤੇ ਭਾਵੇਂ ਖੁੱਲੀ ਕਵਿਤਾ ਹੋਵੇ, ਉਹਦੇ ਵਿੱਚ ਕਵਿਤਾ ਹੋਣੀ ਜਿਹੜੀ ਹੈਗੀ ਨਾ ਉਹ ਬਹੁਤ ਲਾਜ਼ਮ ਹੁੰਦੀ। ਪੂਰਨ ਸਿੰਘ ਖੁੱਲੀ ਕਵਿਤਾ ਲਿਖਦੇ ਨੇ ਤੇ ਉਹਨਾਂ ਦੀ ਕਵਿਤਾ ਬਹੁਤ ਵੱਡੀ ਹੈਗੀ ਹੈ। ਸ਼ਿਵ ਕੁਮਾਰ ਬਟਾਲ ਵੀ ਜਾਂ ਹੋਰ ਪਾਤਰ ਸਾਹਿਬ ਹਨ, ਉਹ ਗਜ਼ਲ ਲਿਖਦੇ ਨੇ ਜਾਂ ਗੀਤ ਲਿਖਦੇ ਨੇ ਜਾਂ ਛੰਦਬੱਧ ਕਵਿਤਾ ਲਿਖਦੇ ਨੇ, ਤਾਂ ਉਹਦੇ ਵਿੱਚ ਵੀ ਪ੍ਰਵੀਨ ਹੈਗੇ ਨੇ। ਸੋ ਮੇਰੇ ਕਹਿਣ ਦਾ ਭਾਵ ਹੈ ਕਿ ਭਾਵੇਂ ਕਵਿਤਾ ਖੁੱਲੀ ਹੋਵੇ, ਭਾਵੇਂ ਗਜ਼ਲ ਹੋਵੇ, ਭਾਵੇਂ ਗੀਤ ਹੋਵੇ, ਭਾਵੇਂ ਕਵਿਤਾ ਛੰਦਬੱਧ ਹੋਵੇ, ਉਹਦੇ ਵਿੱਚ ਜਿਹੜੀ ਉਹ ਸਿਨਫ ਹੈ ਨਾ ਕਵਿਤਾ ਵਾਲੀ, ਕਵਿਤਾ ਵਾਲਾ ਜਿਹੜਾ ਹੈਗਾ ਉਹ ਹਾਜ਼ਰ ਰਹਿਣਾ ਚਾਹੀਦਾ ਹੈ। ਸੰਧੂ ਸਾਹਿਬ, ਇੱਕ ਆਮ ਲੋਕਾਂ ਦੇ ਵਿੱਚ ਗੱਲ ਬੜੀ ਚੱਲਦੀ ਹੈ ਕਿ ਇਲੈਕਟ੍ਰੋਨਿਕ ਮੀਡੀਆ ਦੇ ਦੌਰ ਦੇ ਵਿੱਚ ਮੀਡੀਆ ਦਾ ਬੋਲਬਾਲਾ ਇੰਨਾ ਜ਼ਿਆਦਾ ਹੋ ਗਿਆ ਕਿ ਹਰ ਇੱਕ ਚੀਜ਼ ਜਿਹੜੀ ਹੈ ਮੀਡੀਆ ਤੇ ਇੱਕ ਸਿੰਗਲ ਕਲਿੱਕ ਨਾਲ ਤੁਸੀਂ ਲੱਭ ਸਕਦੇ ਹੋ, ਤੁਸੀਂ ਪੜ੍ਹ ਸਕਦੇ ਹੋ। ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਪੁਸਤਕ ਦਾ ਕੀ ਸਥਾਨ ਮੰਨਦਾ ਹੈ ਬਲਵਿੰਦਰ ਸੰਧੂ, ਉਹ ਅਸੀਂ ਜ਼ਰੂਰ ਜਾਣਨਾ ਚਾਹਾਂਗੇ। ਦੇਖੋ, ਬੇਸ਼ੱਕ ਇਲੈਕਟ੍ਰੋਨਿਕ ਮੀਡੀਆ ਜੋ ਹੈ ਇਸਨੇ ਸਾਡੀ ਜ਼ਿੰਦਗੀ ਦੇ ਹਰ ਖੇਤਰ ਦੇ ਵਿੱਚ ਜਿਹੜਾ ਪ੍ਰਭਾਵ ਪਾਇਆ ਹੈਗਾ, ਪਰ ਜੇ ਅਸੀਂ ਸਮੁੱਚੇ ਰੂਪ ਵਿੱਚ ਦੇਖੀਏ ਤਾਂ ਪੁਰਾਣੀਆਂ ਜਿਹੜੀਆਂ ਸਾਡੀਆਂ ਟੈਕਸਟ ਹੈਗੀਆਂ ਨੇ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਹੈ, ਚਾਹੇ ਸੂਫੀ ਕਾਵ ਹੈ, ਚਾਹੇ ਵਾਰਸ ਦੀ ਹੀਰ ਹੈ, ਜਾਂ ਜਦੋਂ ਇਲੈਕਟ੍ਰੋਨਿਕ ਮੀਡੀਆ ਇੰਨਾ ਹਾਵੀ ਨਹੀਂ ਸੀ ਆਇਆ ਉਸ ਤੋਂ ਪਹਿਲਾਂ ਜਿਹੜੀਆਂ ਪੁਸਤਕਾਂ ਆਈਆਂ ਨੇ, ਉਹਨਾਂ ਦਾ ਮਹੱਤਵ ਉਸੇ ਤਰ੍ਹਾਂ ਹੀ ਬਣਿਆ ਹੋਇਆ ਜੀ। ਲੋਕੀ ਉਹਨਾਂ ਨੂੰ ਉਸੇ ਤਰ੍ਹਾਂ ਹੀ ਮਤਲਬ ਕਾਗਜ਼ ਦੇ ਉੱਤੇ ਪੜ੍ਹਨਾ ਜਿਹੜਾ ਹੈਗਾ ਨਾ ਪਸੰਦ ਕਰਦੇ ਨੇ ਜੀ। ਬਾਕੀ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਸਮਿਆਂ ਦੇ ਵਿੱਚ ਵੱਖਰੀਆਂ ਵੱਖਰੀਆਂ ਥਾਵਾਂ ਤੇ ਜਿਹੜੀਆਂ ਬੁੱਕ ਫੇਅਰ ਲੱਗੇ ਨੇ ਜਾਂ ਪੁਸਤਕ ਪ੍ਰਦਰਸ਼ਨੀਆਂ ਲੱਗੀਆਂ ਨੇ, ਉਹਦੇ ਵਿੱਚ ਕਿਤਾਬ ਬਹੁਤ ਵਿਕੀ ਹੈ, ਬਹੁਤ ਖਰੀਦੀ ਗਈ ਹੈ। ਬਠਿੰਡੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਜਿਹੜੀ ਐਗਜ਼ੀਬਿਸ਼ਨ ਲੱਗੀ ਹੈ, ਜਾਂ ਅੰਮ੍ਰਿਤਸਰ ਜਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਾਂ ਇਸ ਤਰ੍ਹਾਂ ਦਿੱਲੀ ਵਿਖੇ ਲੱਗਦੇ ਹੈਗੇ ਨੇ ਪੁਸਤਕ ਮੇਲਾ, ਉਹਦੇ ਵਿੱਚ ਕਿਤਾਬ ਖਰੀਦੀ ਜਾਂਦੀ ਹੈ। ਤੇ ਸਾਡੇ ਨਾਲੋਂ ਵੀ ਪਹਿਲਾਂ ਜਿਹੜਾ ਇਲੈਕਟ੍ਰੋਨਿਕ ਮੀਡੀਆ ਹੈਗਾ ਉਹ ਪੱਛਮ ਦੇ ਵਿੱਚ, ਅਮਰੀਕਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਹਾਵੀ ਹੋ ਗਿਆ ਸੀ, ਜਾਪਾਨ ਦੇ ਵਿੱਚ ਹਾਵੀ ਹੋ ਗਿਆ ਸੀ, ਬਟ ਉਹ ਲੋਕ ਅੱਜ ਵੀ ਕਿਤਾਬ ਦੇ ਨਾਲ ਜੁੜੇ ਹੋਏ ਨੇ। ਤੇ ਮੈਂ ਕਹਿੰਦਾ ਨਾ ਕਿ ਜੋ ਆਨੰਦ ਕਿਤਾਬ ਨੂੰ ਫੜ ਕੇ ਤੇ ਉਹਦੀ ਵਰਕੇ ਹਥਲਦਿਆਂ ਹੋਇਆਂ ਪੜ੍ਹਨ ਦਾ ਆਨੰਦ ਆਉਂਦਾ ਹੈ, ਉਹ ਇਹ ਸਕਰੀਨ ਤੇ ਜਿਹੜਾ ਹੈਗਾ ਉਹ ਮਜ਼ਾ ਨਹੀਂ ਆਉਂਦਾ। ਕਿਤਾਬ ਦਾ ਆਪਣਾ ਲੁਤਫ ਹੈਗਾ, ਆਪਣਾ ਮਹੱਤਵ ਹੈਗਾ, ਇਹ ਰਹੇਗਾ। ਮੂਲ ਕਿਤਾਬ ਹੀ ਰਹੇਗੀ। ਜਿਹੜਾ ਇਹ ਇਲੈਕਟ੍ਰੋਨਿਕ ਜਿਹੜੀ ਸਹਾਇਤਾ ਹੈਗੀ ਹੈ, ਇਹ ਸਾਨੂੰ ਕਿਤੇ ਨਾ ਕਿਤੇ ਕੁਝ ਹੈਲਪ ਜ਼ਰੂਰ ਜਿਹੜੀ ਹੈ ਉਹ ਕਰ ਸਕਦੀ ਹੈ, ਲੇਕਿਨ ਕਵਿਤਾ ਮਾਫ ਕਰਨਾ, ਕਿਤਾਬ ਦਾ ਜਾਂ ਪੁਸਤਕ ਦਾ ਜਿਹੜਾ ਵਜੂਦ ਹੈ ਉਹ ਇਸੇ ਤਰ੍ਹਾਂ ਬਣਿਆ ਰਹੇਗਾ। ਹਾਂ ਬਿਲਕੁਲ, ਕਿਤਾਬ ਵਿੱਚ ਜੋ ਸਹਿਜ ਹੈਗਾ ਨਾ ਉਹ ਇਸ ਇਲੈਕਟ੍ਰੋਨਿਕ ਮੀਡੀਆ ਤੇ ਸਹਿਜ ਨਹੀਂ ਹੈਗਾ। ਕਿਤਾਬ ਸਹਿਜ ਮੰਗ ਕਰਦੀ ਹੈ ਜੀ। ਮੈਂ ਇਹ ਜਾਣਨਾ ਚਾਹਾਂਗਾ ਸੰਧੂ ਸਾਹਿਬ ਤੁਹਾਡੇ ਤੋਂ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਬੜਾ ਕੁਝ ਪਹਿਲਾਂ ਅਸਹਿਜ ਰਿਹਾ ਜੀ, ਅਪ ਟੂ ਗ੍ਰੈਜੂਏਸ਼ਨ ਤੱਕ ਤੁਸੀਂ ਬੜੇ ਅਸਹਿਜ ਮਹਿਸੂਸ ਕੀਤਾ ਆਪਣੇ ਆਪ ਨੂੰ। ਉਸ ਤੋਂ ਬਾਅਦ ਤੁਸੀਂ MA ਕਰਦੇ ਹੋ ਕੋਰਸਪੋਂਡੈਂਸ ਬੜੇ ਸੋਹਣੇ ਨੰਬਰਾਂ ਨਾਲ, ਇਨ ਬਿਟਵੀਨ ਤੁਹਾਡੀ ਸ਼ਾਦੀ ਹੋ ਜਾਂਦੀ ਹੈ। ਤੁਹਾਡੇ ਹਮਸਫਰ ਜਿਹੜੇ ਨੇ ਉਹ ਤੁਸੀਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਉਹ ਕੌਮਾਂਤਰੀ ਪੱਧਰ ਦੇ ਖਿਡਾਰੀ ਨੇ। ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਇਹ ਇੱਕ ਖਿਡਾਰੀ ਤੇ ਇੱਕ ਕਵੀ, ਦੋਨਾਂ ਦਾ ਸੁਮੇਲ ਆਪਣੇ ਆਪ 'ਚ ਇੱਕ ਬੜਾ ਵਿਲੱਖਣ ਹੈ, ਤੇ ਤੁਹਾਡੀ ਇਹ ਜ਼ਿੰਦਗੀ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਰਹੀ ਕਿ ਕਵਿਤਾ ਨੂੰ ਕਿੰਨਾ ਕੁ ਸਹਿਯੋਗ ਮਿਲਿਆ ਇੱਕ ਖਿਡਾਰੀ ਵੱਲੋਂ? ਦੇਖੋ, ਮਾੜਾ ਮੋਟਾ ਖਿਡਾਰੀ ਤਾਂ ਮੈਂ ਵੀ ਹੈਗਾ ਸੀ। ਕਾਲਜ ਸਮੇਂ ਮੈਂ ਐਥਲੈਟਿਕਸ ਕਰਦਾ ਸੀ,
ਸਾਰੇ ਈਵੈਂਟ ਦੇ ਵਿੱਚ ਭਾਗ ਲੈਂਦਾ ਸੀ ਤੇ ਮੈਨੂੰ ਇਹ ਗੱਲ ਕਹਿਣ ਵਿੱਚ ਫਖਰ ਵੀ ਮਹਿਸੂਸ ਹੋ ਰਿਹਾ ਕਿ ਮੈਂ ਕਾਲਜ ਦਾ ਜਿਹੜਾ ਸੈਕੰਡ ਵੈਸਲੀਟ ਹੈਗਾ ਸੀ ਨਾ ਆਪਣੇ ਕਾਲਜ ਦਾ, ਉਹ 81 ਦੇ ਵਿੱਚ ਰਿਹਾ ਸੀ। ਜੀ ਜੀ। ਤੇ ਸਪੋਰਟਸ ਦੇ ਨਾਲ ਮੇਰਾ ਲਗਾਓ ਹੈ ਸੀ, ਇਸ਼ਕ ਹੈਗਾ ਸੀ ਜੀ। ਤਾਂ ਇਹ ਜਦੋਂ ਮੈਂ ਪਿੰਡ ਹੋਇਆ ਕਰਦਾ ਸੀ, ਮਹੂ ਹੋਇਆ ਕਰਦਾ ਸੀ, ਤੇ ਉਦੋਂ ਇਤਫਾਕੀਆ ਮੇਰੇ ਜਿਹੜੇ ਮਿਸੇਜ ਨੇ ਇਹ ਉੱਥੇ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਅਪੁਆਇੰਟ ਹੁੰਦੇ ਨੇ। ਉੱਥੇ ਸਾਡਾ ਨਾਮ ਜ਼ਰੂਰ ਦੱਸ ਦਿਓ ਸਾਡੇ ਦਰਸ਼ਕਾਂ ਨੂੰ। ਰਾਜਵਿੰਦਰ ਕੌਰ ਨੇ, ਰਾਜਵਿੰਦਰ ਕੌਰ, ਹਾਂਜੀ, ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਨੇ। ਇਹਨਾਂ ਦੀ ਕੁਛ ਐਜੂਕੇਸ਼ਨ ਜਿਹੜੀ ਹੈ ਉਹ ਫਰੀਦਕੋਟ ਤੋਂ ਵੀ ਹੋਈ ਹੈ। ਪੜ੍ਹਨ ਖਾਸ ਕਰ ਜਿਹੜਾ ਇਹਨਾਂ ਦਾ ਖੇਡ ਦਾ ਖੇਤਰ ਹੈਗਾ ਨਾ, ਉਹਦੀ ਸ਼ੁਰੂਆਤ ਫਰੀਦਕੋਟ ਤੋਂ ਹੀ ਹੁੰਦੀ ਹੈ, ਤੁਹਾਡੇ ਇਲਾਕੇ 'ਚੋਂ। ਜੀ ਜੀ ਜੀ। ਤਾਂ ਉਦੋਂ ਫਿਰ ਇਤਫਾਕ ਨਾਲ ਅਸੀਂ ਮਿਲ ਗਏ ਤੇ ਹਾਲਾਂਕਿ ਮੇਰੀ ਉਮਰ ਉਦੋਂ ਛੋਟੀ ਹੈਗੀ ਸੀ, ਕੋਈ ਮੈਰਿਜ ਵਾਲੀ ਉਮਰ ਵੀ ਨਹੀਂ ਕਹਿ ਸਕਦੇ, ਜਿਵੇਂ ਕਿ ਅੱਜ ਕੱਲ੍ਹ ਤਾਂ 30, 32, 35 ਵਰ੍ਹਿਆਂ ਨੂੰ ਲੜਕੇ ਪਹੁੰਚ ਜਾਂਦੇ ਨੇ। ਤੇ ਮੇਰੇ ਪਿਤਾ ਜੀ ਵੀ ਇਲੈਕਟ੍ਰਿਸਿਟੀ ਬੋਰਡ ਸਨ, ਉਹ ਵੀ ਇਹਨਾਂ ਨੂੰ ਜਾਣਦੇ ਪਛਾਣਦੇ ਸਨ। ਤੇ ਸਾਡੇ ਜਿਹੜੇ ਪਰਿਵਾਰਾਂ ਦੀ ਬੈਕਗਰਾਊਂਡ ਹੈਗੀ ਸੀ ਉਹ ਲਗਭਗ ਇੱਕੋ ਜਿਹੀ ਸੀ, ਥੋੜ੍ਹੀ ਜਿਹੀ ਧਾਰਮਿਕ ਖਿਆਲਾਂ ਦੀ ਕਹਿ ਸਕਦੇ ਹਾਂ। ਸਾਡਾ ਜਦੋਂ ਦੋਨਾਂ ਫੈਮਲੀਆਂ ਦਾ ਆਪਸ ਵਿੱਚ ਮੇਲ ਹੋਇਆ ਤੇ ਉਹ ਇਤਫਾਕੀਆ ਮੈਨੂੰ ਆਪਣੀ ਜਿਹੜੀ ਮਰਜ਼ੀ ਹੈਗੀ ਤੇ ਆ ਕੇ ਤੇ ਮੈਰਿਜ ਜਲਦੀ ਵੀ ਕਰਾਉਣੀ ਪਈ ਥੋੜ੍ਹੀ ਜਿਹੀ ਜੀ। ਤਾਂ ਇਸ ਤਰ੍ਹਾਂ ਇਹਨਾਂ ਦੇ ਨਾਲ ਮੇਲ ਹੋ ਗਿਆ। ਤੇ ਜਿੱਥੋਂ ਤੱਕ ਸਪੋਰਟਸ ਦਾ ਤੇ ਕਵਿਤਾ ਦਾ ਸੰਬੰਧ ਹੈਗਾ, ਇਹ ਬਹੁਤ ਪਿਆਰਾ ਹੈਗਾ ਜੀ। ਤਾਂ ਇਹ ਜਿਹੜੀ ਕਵਿਤਾ ਹੈਗੀ ਇਹ ਵੀ ਸ਼ਬਦਾਂ ਦੀ ਖੇਡ ਹੈਗੀ ਹੈ ਜੀ। ਤੇ ਜਿਹੜੀ ਸਪੋਰਟਸ ਹੈਗੀ ਹੈ ਉਹ ਵੀ ਆਪਣੇ ਆਪ ਦੇ ਵਿੱਚ ਬੜੀ ਇੱਕ ਕਲਾਤਮਕ ਚੀਜ਼ ਹੈਗੀ। ਜਿਵੇਂ ਵਾਲੀਬਾਲ ਖੇਡਣਾ ਹੈਗਾ, ਉਹਦੇ ਵਿੱਚ ਜਿਹੜੀ ਕਲਾ ਹੈਗੀ ਉਹ ਕੰਮ ਕਰਦੀ। ਬਿਲਕੁਲ ਬਿਲਕੁਲ। ਤੁਸੀਂ ਯਾਨੀ ਸ਼ਬਦਾਂ ਦੀਆਂ ਬੱਚੀਆਂ ਪਾਉਂਦੇ ਹੋ, ਵਾਲੀਬਾਲ ਦੀਆਂ ਬੱਚੀਆਂ ਪਾਉਂਦੇ ਨੇ। ਹਾਂਜੀ ਹਾਂਜੀ ਹਾਂਜੀ। ਬਹੁਤ ਅੱਛਾ। ਔਰ ਇਸ ਤੋਂ ਬਾਅਦ ਤੁਹਾਡੇ ਜਿਹੜੀ ਇਹ ਕਿਸਮਤ ਤੋਂ ਤੁਸੀਂ ਖੁਸ਼ਕਿਸਮਤ ਹੋਏ ਜਦੋਂ ਰਾਜਵਿੰਦਰ ਜੀ ਨਾਲ ਤੁਹਾਡਾ ਮੇਲ ਹੋਇਆ ਔਰ ਪਟਿਆਲੇ ਤੁਸੀਂ ਸ਼ਿਫਟ ਹੋਣ ਦਾ, ਪਟਿਆਲੇ ਪਲਾਨ ਕਰਨ ਦਾ ਤੁਹਾਡਾ ਸਬੱਬ ਬਣਿਆ। ਔਰ ਆਪਣੇ ਬੱਚਿਆਂ ਬਾਰੇ ਜ਼ਰੂਰ ਸਾਡੇ ਦਰਸ਼ਕਾਂ ਨੂੰ ਥੋੜ੍ਹੀ ਜਿਹੀ ਜਾਣਕਾਰੀ ਦਿਓ, ਅੱਜ ਕੱਲ੍ਹ ਕੀ ਕਰ ਰਹੇ ਨੇ। ਹਾਂ, ਜਿਵੇਂ ਉਹ ਸ਼ੋਲੇ ਫਿਲਮ ਆਈ ਸੀ ਨਾ, ਉਹਦੇ ਵਿੱਚ ਸੰਜੀਵ ਕੁਮਾਰ ਦੱਸਦਾ ਹੈ ਕਿ ਜਦੋਂ ਸ਼ਾਦੀ ਛੇਤੀ ਹੋ ਜਾਂਦੀ ਫਿਰ ਬੱਚੇ ਵੀ ਛੇਤੀ ਹੋ ਜਾਂਦੇ ਨੇ। ਤਾਂ ਇਸੇ ਤਰ੍ਹਾਂ ਹੀ ਮੇਰੇ ਨਾਲ ਵਾਪਰਿਆ, ਸ਼ਾਦੀ ਛੇਤੀ ਹੋ ਗਈ ਤੇ ਬੱਚੇ ਵੀ ਛੇਤੀ ਆ ਗਏ। ਖਾਸ ਕਰ ਜਿਹੜਾ ਪਹਿਲਾ ਬੱਚਾ ਸੀ ਉਹ ਤਾਂ ਵਿਆਹ ਤੋਂ 1 ਸਾਲ ਉਪਰੰਤ ਹੀ ਆ ਗਿਆ ਤੇ ਫਿਰ ਸੈਕਿੰਡ ਜਿਹੜਾ ਬੱਚਾ ਹੈ ਉਹ 6 ਸਾਲ ਬਾਅਦ ਆਉਂਦਾ। ਤਾਂ ਬੱਚਿਆਂ ਦੇ ਸੰਬੰਧ ਦੇ ਵਿੱਚ ਅਸੀਂ ਬੜੇ ਖੁਸ਼ਕਿਸਮਤ ਹਾਂ ਕਿ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਹੈਗੀ ਉਹ ਲਗਭਗ ਪਟਿਆਲਾ ਵਿਖੇ ਹੋਈ ਹੈ, ਅੱਛੇ ਸਕੂਲਾਂ ਦੇ ਵਿੱਚ ਹੋਈ ਹੈ। ਜੋ ਕਮੀਆਂ ਮੇਰੇ 'ਚ ਰਹਿ ਗਈਆਂ ਸੀ ਮੈਂ ਉਹ ਪੂਰੀਆਂ ਕਰਨੀਆਂ ਚਾਹੁੰਦਾ ਸੀ ਆਪਣੇ ਬੱਚਿਆਂ ਦੇ ਥਰੂ। ਤੇ ਮੇਰੇ ਮਿਸਿਸ ਦੀ ਵੀ ਰੀਝ ਇਹ ਸੀ ਕਿ ਘੱਟੋ ਘੱਟ ਜਿਹੜੇ ਬੱਚੇ ਹੈਗੇ ਨੇ ਉਹ ਚੰਗੀ ਐਜੂਕੇਸ਼ਨ ਹਾਸਲ ਕਰ ਸਕਣ ਤੇ ਅਸੀਂ ਖੁਸ਼ ਹਾਂ। ਵੱਡਾ ਬੱਚਾ ਜਿਹੜਾ ਹੈਗਾ ਉਸਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਫਾਰਮਾ ਕੀਤੀ ਹੈ ਤੇ ਉਹ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿੱਚ ਹੈ ਆਪਣੀ ਫੈਮਿਲੀ ਦੇ ਨਾਲ। ਉਹਦੇ ਨਾਲ ਹੀ ਇੱਥੇ ਲੜਕੀ ਪੜ੍ਹਦੀ ਸੀ ਚੰਡੀਗੜ੍ਹ ਦੀ, ਸੋਨਲ ਸ਼ਰਮਾ, ਤੇ ਉਹ ਅੱਜ ਕੱਲ੍ਹ ਉੱਥੇ ਆਸਟ੍ਰੇਲੀਆ ਵਿੱਚ ਹਨ, ਬ੍ਰਿਸਬੇਨ ਦੇ ਲਾਗੇ ਹਾਰਵੀ ਵੇ। ਉੱਥੇ ਉਹਨਾਂ ਨੇ ਬੜੀ ਮਿਹਨਤ ਕੀਤੀ, ਫਾਰਮੇਸੀ ਦੇ ਜਿੰਨੇ ਟੈਸਟ ਸੀ ਉਹ ਕਲੀਅਰ ਕੀਤੇ, ਫਾਰਮੇਸੀ ਦੇ ਵਿੱਚ ਨੌਕਰੀ ਕੀਤੀ ਤੇ ਹੁਣ ਉਹ ਆਪਣੇ ਮਿਹਨਤ ਦੇ ਜ਼ਰੀਏ ਉਹ ਆਪਣੀ ਫਾਰਮੇਸੀ ਦੇ ਮਾਲਕ ਹੈਗੇ ਨੇ ਤੇ ਬਹੁਤ ਖੁਸ਼ੀ ਜ਼ਿੰਦਗੀ ਬਤੀਤ ਕਰ ਰਹੇ ਨੇ। ਛੋਟਾ ਬੇਟਾ ਜਿਹੜਾ ਹੈਗਾ ਉਸਨੇ BSc ਬਾਇਓ ਇਨਫੋਰਮੈਟਿਕ ਕੀਤੀ ਸੀ ਤੇ ਕੁਝ ਸਮਾਂ ਉਸਨੇ ਕੈਨੇਡਾ ਵੀ ਲਾਇਆ, ਕੁਝ ਸਮਾਂ ਉਸਨੇ ਆਸਟ੍ਰੇਲੀਆ ਵੀ ਲਾਇਆ ਤੇ ਅਸੀਂ ਚਾਹੁੰਦੇ ਸੀ ਕਿ ਇੱਕ ਬੱਚਾ ਜਿਹੜਾ ਹੈਗਾ ਉਹ ਸਾਡੇ ਕੋਲ ਇੱਥੇ ਰਵੇ। ਸਾਰਾ ਕੁਝ ਹੈਗਾ ਬਹੁਤ ਵਧੀਆ ਤੇ ਅਸੀਂ ਇੱਥੇ ਦੇ ਨਾਲ ਵੀ ਜੁੜੇ ਰਹੀਏ। ਆਪਣੀ ਜਿਹੜੀ ਸਾਡੀ ਜੱਦੀ ਭੂਮੀ ਹੈਗੀ ਉਹ ਮੈਂ ਉਸਨੂੰ ਮਨਾ ਕੇ ਤੇ ਆਪਣੇ ਕੋਲ ਲੈ ਆਂਦਾ ਤੇ ਹੁਣ ਉਹ ਆਪਣਾ ਪੜ੍ਹਦਾ ਲਿਖਦਾ ਤੇ ਸਾਨੂੰ ਸਾਂਭਦਾ ਸੰਭਾਲਦਾ ਵੀ, ਮੁਹੱਬਤ ਦਿੰਦਾ, ਪਿਆਰ ਦਿੰਦਾ ਤੇ ਇਸ ਤਰ੍ਹਾਂ ਉਹ ਜ਼ਿੰਦਗੀ ਦੇ ਵਿੱਚ ਉਹ ਕੁਛ ਨਾ ਕੁਛ ਬਣਨ ਲਈ ਸਟਰਗਲ ਫਿਲਹਾਲ ਕਰ ਰਿਹਾ। ਜੀ ਜੀ। ਤੇ ਉਹਨਾਂ ਦੀ ਵੀ ਸ਼ਾਦੀ ਹੋ ਚੁੱਕੀ ਹੈ ਜਾਂ ਅਜੇ ਸਿੰਗਲ ਨੇ? ਉਹਦੀ ਸ਼ਾਦੀ ਅਸੀਂ ਪਿਛਲੇ ਸਾਲ ਹੋ ਗਈ ਸ਼ਾਦੀ। ਪਿਛਲੇ ਸਾਲ ਦੀ ਵੀ ਯਾਨੀ ਸ਼ਾਦੀ। ਤੁਸੀਂ
ਯਾਨੀ ਤੁਸੀਂ ਖੂਬਸੂਰਤ ਭਰੇ ਭੁਕੰਨੇ ਪਰਿਵਾਰ ਦੇ ਵਿੱਚ ਬੜੇ ਸ਼ਾਹਾਨਾ ਅੰਦਾਜ਼ ਦੇ ਵਿੱਚ ਰਹਿ ਰਹੇ ਹੋ। ਹਾਂਜੀ ਹਾਂਜੀ। ਸੰਧੂ ਸਾਹਿਬ, ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਹੋਰ ਵੀ ਕਰਨ ਨੂੰ ਜੀ ਕਰਦਾ, ਲੇਕਿਨ ਸਾਡਾ ਐਪੀਸੋਡ ਬਹੁਤ ਜ਼ਿਆਦਾ ਲੰਬਾ ਹੋ ਜਾਣਾ। ਸੋ ਫਿਰ ਕਿਤੇ ਤੁਹਾਡੇ ਨਾਲ ਹੋਰ ਗੱਲਾਂ ਤੇ ਵੀ ਜ਼ਰੂਰ ਚਰਚਾ ਕਰਾਂਗੇ। ਮੇਰੀ ਇੱਛਾ ਹੈ ਕਿ ਜਾਂਦੇ ਜਾਂਦੇ ਤੁਸੀਂ ਆਪਣੀ ਕੋਈ ਖੂਬਸੂਰਤ ਰਚਨਾ ਸਾਡੇ ਨਾਲ ਜ਼ਰੂਰ ਸਾਂਝੀ ਕਰੋ। ਖੂਬਸੂਰਤ ਰਚਨਾ, ਚਲੋ ਖੂਬਸੂਰਤ ਵੈਸੇ ਰਚਨਾਵਾਂ ਤਾਂ ਤਾਂ ਕਵੀ ਦੀਆਂ ਸਾਰੀਆਂ ਰਚਨਾਵਾਂ ਹੀ ਖੂਬਸੂਰਤ ਹੁੰਦੀਆਂ ਨੇ, ਪਰ ਤੁਸੀਂ ਕੋਈ ਆਪਣੀ ਜਿਹੜੀ ਬਹੁਤ ਪਿਆਰੀ ਰਚਨਾ ਜਿਸ ਨੂੰ ਸੁਣਾਏ ਬਿਨਾਂ ਤੁਸੀਂ ਰਹਿ ਨਹੀਂ ਸਕਦੇ। ਚਲੋ ਮੈਂ ਆਪਣੀ ਆ ਕਿਤਾਬ ਫੜੀ, ਇਹਦੇ ਵਿੱਚੋਂ ਇਹਨੂੰ ਮੈਂ ਖੋਲ੍ਹਿਆ, ਜਿਹੜੀ ਕਵਿਤਾ ਸਾਹਮਣੇ ਆ ਗਈ ਮੈਂ ਉਹੀ ਤੁਹਾਡੇ ਨਾਲ ਸਾਂਝੀ ਕਰਦਾ। ਜੀ ਜੀ, ਇਹ ਕਵਿਤਾ ਬਿਲਕੁਲ। ਆਈ ਹੈ ਮਾਫੀ। ਮੁਆਫੀ। ਜੀ ਮੁਆਫੀ ਮੰਗਣਾ ਮੈਨੂੰ ਚੰਗਾ ਲੱਗਦਾ ਹੈ। ਮਾਫੀ ਮੰਗਦਿਆਂ ਵਾਹ। ਮੇਰੇ ਸਿਰ ਦਾ ਬੁਖਾਰ ਉਤਰ ਜਾਂਦਾ ਹੈ। ਮਾਫੀ ਮੰਗਦਿਆਂ ਜੀ ਮੇਰੇ ਜ਼ਿਹਨ ਚੋਂ ਜ਼ਹਿਰ ਨੁਚੜ ਜਾਂਦਾ ਹੈ। ਮਾਫੀ ਮੰਗਣਾ ਮੈਨੂੰ ਚੰਗਾ ਲੱਗਦਾ ਹੈ। ਜੀ ਮੈਂ ਪਾਣੀ 'ਚ ਨਹਾਉਂਦਾ ਧੋਂਦਾ ਤਾਂ ਮੇਰੇ ਤਨ ਜੀ ਕੱਪੜ ਦੀ ਮੈਲ ਪਾਣੀ ਦੀ ਨਿਰਮਲਤਾ 'ਚ ਘੁਲ ਜਾਂਦੀ। ਮੈਂ ਜੀ ਪਾਣੀ ਤੋਂ ਮਾਫੀ ਮੰਗਦਾ ਤਾਂ ਮੇਰੇ ਅੰਦਰਲੀ ਜੀ ਮੈਲ ਕੁਝ ਹੱਦ ਤੱਕ ਲਹਿ ਜਾਂਦੀ। ਜੀ ਮੈਂ ਹਵਾਖੋਰੀ ਲਈ ਬਾਹਰ ਨਿਕਲਦਾ ਤਾਂ ਮੇਰੇ ਸਾਹਾਂ ਦੀ ਬਾਸ ਹਵਾ ਨੂੰ ਦੁਰਗੰਧਿਤ ਕਰ ਦਿੰਦੀ। ਮੈਂ ਹਵਾ ਜੀ ਤੋਂ ਮਾਫੀ ਮੰਗਦਾ ਤਾਂ ਮੈਨੂੰ ਆਪੇ 'ਚੋਂ ਭਿੰਨੀ ਭਿੰਨੀ ਜੀ ਖੁਸ਼ਬੂ ਆਉਣ ਲੱਗਦੀ। ਮੈਂ ਲਿਖਣ ਜੀ ਕਾਰਜ ਲਈ ਕਲਮ ਫੜਦਾ ਤਾਂ ਕਾਗਜ਼ਾਂ ਦੀ ਜੀ ਖਪਤ ਕਿਸੇ ਰੁੱਖ ਦੀ ਜਾਨ ਲੈ ਲੈਂਦੀ। ਮੈਂ ਰੁੱਖ ਤੋਂ ਮਾਫੀ ਜੀ ਮੰਗਦਾ ਤਾਂ ਮੇਰੀ ਉਹ ਰਚਨਾ ਰੁੱਖਾਂ ਦੇ ਨਾਮ ਹੋ ਜਾਂਦੀ। ਮਾਫੀ ਮੰਗਣਾ ਜੀ ਮੈਨੂੰ ਚੰਗਾ ਲੱਗਦਾ ਹੈ। ਮਾਫੀ ਮੰਗਦਿਆਂ ਮੇਰੇ ਸਿਰ ਦਾ ਬੁਖਾਰ ਉਤਰ ਜਾਂਦਾ ਹੈ। ਮਾਫੀ ਮੰਗਦਿਆਂ ਮੇਰੇ ਜੀ ਜ਼ਿਹਨ ਚੋਂ ਜ਼ਹਿਰ ਨੁਚੜ ਜਾਂਦਾ ਹੈ। ਬਹੁਤ ਖੂਬ, ਬਹੁਤ ਖੂਬਸੂਰਤ ਕਵਿਤਾ ਸੰਧੂ ਸਾਹਿਬ ਤੁਸੀਂ ਪੇਸ਼ ਕੀਤੀ। ਅਸੀਂ ਤੁਹਾਡਾ ਹਾਰਦਿਕ ਧੰਨਵਾਦ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ। ਬਹੁਤ ਹੀ ਪਿਆਰੇ ਕਵੀ ਪਰਵਿੰਦਰ ਸੰਧੂ ਜੀ, ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਕਿ ਤੁਸੀਂ ਇੰਨੀ ਮੁਹੱਬਤ ਦਿੱਤੀ। ਪਿਆਰੇ ਦਰਸ਼ਕੋ, ਇਹ ਸਨ ਬਹੁਤ ਹੀ ਖੂਬਸੂਰਤ ਸ਼ਖਸ ਔਰ ਬਹੁਤ ਹੀ ਖੂਬਸੂਰਤ ਸ਼ਖਸੀਅਤ ਬਲਵਿੰਦਰ ਸੰਧੂ, ਜਿਨ੍ਹਾਂ ਦੀ ਜ਼ਿੰਦਗੀ ਬਾਰੇ ਤੁਸੀਂ ਗੱਲਾਂ ਸਾਂਝੀਆਂ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਉਹ ਸੁਣੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਤਰ੍ਹਾਂ ਦੀਆਂ ਹੋਰ ਜੋ ਪਰਸਨੈਲਿਟੀਜ਼ ਨੇ, ਸ਼ਖਸੀਅਤਾਂ ਨੇ, ਉਹ ਤੁਹਾਡੇ ਨਾਲ ਮਿਲਾਉਂਦੇ ਰਹਾਂਗੇ। ਤਦ ਤੱਕ ਲਈ ਰੱਬ ਰਾਖਾ।